ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 470 ਤੇ ਅੱਧ ਟੱਪ ਕੇ ਹੈ 13 ਨੰਬਰ ਤੋਂ ਬਾਅਦ ਸ਼ਲੋਕ ਮਹਿਲਾ ਪਹਿਲਾ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿਕੇ ਫੁੱਲ ਬਕ ਬਕੇ ਕੰਮ ਨ ਆਵੇਂ ਪਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨ ਕੋਏ ਧਰ ਤਰਾਜ਼ੂ ਤੋਲੀਏ ਨਿਵੇਂ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੀ ਸੀਸ ਨਿਵਾਇ ਕਿਆ ਥੀਏ ਜਾਂ ਹਿਰਦੈ ਕੁਸ਼ੁੱਧੇ ਜਾਹੀ। ਸਿਮਲ ਰੁਖ ਸਰਾਇਰਾ, ਸਿੰਬਲ ਨੂੰ ਸਿੰਬਲ ਵੀ ਕਹਿੰਦੇ ਨੇ। ਇਹ ਦਰਖਤ ਦਾ ਨਾਮ ਹੈ। ਸਾਰ ਹੁੰਦਾ ਤੀਰ, ਸਰਾਇਰਾ ਤੀਰ ਵਰਗਾ ਸਿੱਧਾ। ਸਿੰਬਲ ਦਾ ਰੁੱਖ ਸਿੱਧਾ ਹੁੰਦਾ, ਅਤ ਦੀਰਘ ਬਹੁਤ ਲੰਮਾ ਹੁੰਦਾ, ਅਤ ਮੁੱਚ ਬਹੁਤ ਮੋਟਾ ਹੁੰਦਾ। ਸਿੰਬਲ ਦਾ ਜਿਹੜਾ ਰੁੱਖ ਹੈ ਇਹ ਬਹੁਤ ਸਿੱਧਾ ਹੁੰਦਾ ਹੈ, ਅਤ ਦੀਰਘ ਬਹੁਤ ਲੰਮਾ ਹੁੰਦਾ ਹੈ, ਅਤ ਮੁੱਚ ਬਹੁਤ ਵੱਡਾ ਹੁੰਦਾ ਹੈ। ਓਏ, ਓਏ ਸ਼ਬਦ ਬਹੁਵਚਨ ਹੈ। ਇੱਥੇ ਓਏ ਦਾ ਭਾਵ ਹੈ ਪੰਛੀ। ਓਏ ਬਹੁਵਚਨ ਹੋਣ ਕਾਰਨ ਆਵੇਂ, ਕਿਉਂਕਿ ਜੇ ਕਰਤਾ ਬਹੁਵਚਨ ਹੈ ਤਾਂ ਕਿਰਿਆ ਵੀ ਬਹੁਵਚਨ ਹੁੰਦੀ ਹੈ। ਜਿਹੜੀ ਬਹੁਵਚਨ ਕਿਰਿਆ ਹੈ ਉਹ ਨਕਰਾਂ ਹੀ ਬੋਲੀ ਜਾਂਦੀ ਹੈ। ਜੇ ਓਏ ਇੱਕ ਵਚਨ ਹੁੰਦਾ ਫਿਰ ਸਪੈਲਿੰਗ ਹੋਣੇ ਸਨ ਆ ਵੈ, ਆੜੇ ਨੂੰ ਕੰਨਾ ਵਾਵਿੰਦਾ, ਬਸ ਇੰਨੇ ਹੋਣਾ ਸੀ। ਆਵੈ ਮੈਨੇ ਆਉਂਦਾ ਹੈ। ਓਏ ਬਹੁਵਚਨ ਇਸ ਲਈ ਹਾਹਾ ਲੱਗ ਗਿਆ ਬਹੁਵਚਨ ਬਣਾਉਣ ਲਈ। ਹੁਣ ਇਹ ਨਕਰਾਂ ਹੀ ਬੋਲਣੇ ਸਨ ਆਵੇਂ। ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ। ਹੁਣ ਸਿੰਬਲ ਦਾ ਜਿਹੜਾ ਰੁੱਖ ਹੈ ਉਹ ਬਿਲਕੁਲ ਸਿੱਧਾ, ਲੰਮੇ ਮੋਟੇ ਪੰਛੀ ਆਸ ਕਰਕੇ ਆਉਂਦੇ ਨੇ ਵੀ ਉਹ ਦਰਖਤ ਹੈ ਬੜਾ ਵੱਡਾ ਹੈ, ਉਹਦੇ ਫਲ ਖਾਵਾਂਗੇ ਜਾ ਕੇ। ਜਾਹੇ ਨਿਰਾਸੇ ਕਿਤ, ਪਰ ਉਹ ਵਿਚਾਰੇ ਨਿਰਾਸ਼ ਹੋ ਕੇ ਚਲੇ ਜਾਂਦੇ ਹਨ। ਹੁਣ ਕਿਤ ਦਾ ਮਤਲਬ ਹੈ ਕਿਉਂ, ਵੀ ਕਿਉਂ ਨਿਰਾਸ਼ ਹੋ ਕੇ ਚਲੇ ਜਾਂਦੇ ਨੇ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇਂ ਪਤ। ਇਹ ਜਿਹੜੇ ਸਿੰਬਲ ਰੁੱਖ ਹੈ ਇਹਦੇ ਫਲ ਫਿੱਕੇ ਹੁੰਦੇ ਨੇ, ਉਹ ਜਾਨਵਰ ਨੂੰ ਸਵਾਦ ਨਹੀਂ ਲੱਗਦੇ। ਫੁੱਲ ਬਕ ਬਕੇ ਹੁੰਦੇ ਨੇ, ਉਹ ਵੀ ਬਕ ਬਕੇ ਨੇ। ਜਿਹੜੀ ਕੋਈ ਚੀਜ਼ ਆਪਾਂ ਖਾਈਏ, ਮੰਨ ਲਓ ਤੁਸੀਂ ਦਾਲ ਸਬਜ਼ੀ ਖਾ ਰਹੇ ਹੋ, ਉਹ 'ਚ ਨਾ ਲੂਣ ਹੈ ਨਾ ਮਿਰਚਾਂ ਹੈ, ਉਹ ਤੁਹਾਨੂੰ ਬਕ ਬਕੀ ਲੱਗੇਗੀ, ਖਾਣ ਨੂੰ ਜੀਅ ਨਹੀਂ ਕਰੇਗਾ। ਫਲ ਫਿੱਕੇ ਨੇ, ਫੁੱਲ ਬਕ ਬਕੇ ਨੇ, ਕੰਮ ਨ ਆਵੇਂ ਪਤ। ਪਤ ਬਣੇ ਪੱਤੇ, ਅਤੇ ਉਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਹੈਗਾ ਸਿੱਧਾ, ਹੈਗਾ ਬੜਾ ਲੰਮਾ,
ਹੈਗਾ ਬਹੁਤ ਮੋਟਾ, ਪਰ ਫਲ ਫਿੱਕੇ ਨੇ, ਫੁੱਲ ਬਕ-ਬਕੇ ਨੇ, ਤੇ ਪੱਤੇ ਕਿਸੇ ਕੰਮ ਨਹੀਂ ਆਉਂਦੇ। ਇਸ ਲਈ ਜਾਨਵਰ ਆਸ ਲੈ ਕੇ ਆਉਂਦੇ ਨੇ ਉੱਥੇ ਫਲ ਖਾਵਾਂਗੇ, ਅੱਗੋਂ ਫਲ ਫਿੱਕੇ ਨੇ, ਫੁੱਲ ਬਕ-ਬਕੇ ਨੇ, ਇਸ ਲਈ ਆਏ ਹੋਏ ਪੰਛੀ ਨਿਰਾਸ਼ ਹੋ ਕੇ ਚਲੇ ਜਾਂਦੇ ਹਨ। ਸੋ ਮਹਾਨਤਾ ਵੱਡੇ ਸਰੀਰ ਦੀ ਨਹੀਂ, ਮਹਾਨਤਾ ਲੰਬੇ ਦੀ ਨਹੀਂ, ਮਹਾਨਤਾ ਮੋਟੇ ਦੀ ਨਹੀਂ, ਮਹਾਨਤਾ ਸੁੰਦਰਤਾ ਦੀ ਨਹੀਂ। ਮਹਾਨਤਾ ਇਹ ਹੈ ਕਿ ਉਸ 'ਚ ਗੁਣ ਹੈ ਕਿ ਦੇਖਣ ਨੂੰ ਹੀ ਸੋਹਣਾ ਹੈ। ਹੁਣ ਸਿੰਬਲ ਦਾ ਦਰਖਤ ਦੇਖਣ ਨੂੰ ਬੜਾ ਸੋਹਣਾ ਹੈ, ਸਿੱਧਾ ਹੈ, ਬਹੁਤ ਲੰਮੇ, ਬੜਾ ਮੋਟਾ ਹੈ, ਦੇਖਣ ਨੂੰ ਬੜਾ ਸੋਹਣਾ ਹੈ, ਪਰ ਜਿਹੜੇ ਫਲ ਫਿੱਕੇ ਨੇ, ਫੁੱਲ ਬਕ-ਬਕੇ ਨੇ, ਤੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਇਸ ਤਰ੍ਹਾਂ ਬਹੁਤ ਸਾਰੇ ਮਨੁੱਖ ਨੇ ਜਿਹੜੇ ਦੇਖਣ ਨੂੰ ਬਹੁਤ ਸੋਹਣੇ ਸੁਨੱਖੇ ਨੇ, ਪਰ ਉਹਨਾਂ 'ਚ ਗੁਣ ਨਹੀਂ ਹੁੰਦਾ। ਜਦੋਂ ਬੰਦਾ ਉਹਨਾਂ ਨਾਲ ਵਰਤਦਾ ਹੈ ਫਿਰ ਪਤਾ ਲੱਗਦਾ ਵੀ ਇਹ ਤਾਂ ਐਵੇਂ ਹੀ ਨੇ। ਪੰਛੀਆਂ ਨੂੰ ਦੂਰੋਂ ਲੱਗਿਆ ਨਾ ਵੇਖ ਕੇ ਦਰਖਤ ਵੀ ਬਹੁਤ ਵਧੀਆ ਦਰਖਤ ਹੈ, ਇਹਦੇ ਬੜੇ ਵਧੀਆ ਫਲ ਹੋਣਗੇ, ਵੀ ਜਾ ਕੇ ਖਾਂਦੇ ਹਾਂ। ਅਤੇ ਜਦੋਂ ਠੂੰਗਾ ਮਾਰਿਆ ਤਾਂ ਦੇਖਿਆ ਇਹ ਤਾਂ ਬਕ-ਬਕੇ ਨੇ, ਇਹ ਤਾਂ ਫਿੱਕੇ ਨੇ। ਦਰਖਤ ਦੇਖਣ ਨੂੰ ਸੋਹਣੇ, ਫਲ ਫਿੱਕੇ ਨੇ, ਬਕ-ਬਕੇ ਨੇ। ਸੋ ਗੁਰੂ ਮਹਾਰਾਜ ਫਿਰ ਤੱਤ ਕੱਢੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਗੁਣ ਅਤੇ ਚੰਗਿਆਈਆਂ ਤਾਂ ਬੜੀਆਂ ਨੇ, ਪਰ ਜੇ ਤੱਤ ਉਹਨਾਂ ਦਾ ਕੱਢੀਏ ਤਾਂ ਦੋ ਜਿਹੜੇ ਗੁਣ ਨੇ, ਮਿੱਠਾ ਬੋਲਣਾ ਅਤੇ ਨਿਮਰਤਾ ਨਾਲ ਰਹਿਣਾ, ਇਹ ਅਸਲ ਗੁਣ ਨੇ। ਇਹ ਸਾਰੇ ਗੁਣਾਂ ਦਾ ਨਿਚੋੜ ਨੇ। ਜਿੰਨੇ ਵੀ ਮਨੁੱਖ 'ਚ ਗੁਣ ਨੇ, ਸਾਰੇ ਗੁਣਾਂ ਦਾ ਨਿਚੋੜ ਹੈ ਕਿ ਕੀ ਉਹ ਮਿੱਠਾ ਬੋਲਦਾ, ਕੀ ਉਹ ਨਿਮਰਤਾ ਨਾਲ ਰਹਿੰਦਾ। ਅਤੇ ਜੇ ਇਹ ਦੋਨੋਂ ਗੁਣ ਮਨੁੱਖ 'ਚ ਨਹੀਂ ਅਤੇ ਬਾਕੀ ਜਿੰਨੇ ਮਰਜ਼ੀ ਪਏ ਹੋਣ, ਉਹਦੀ ਕੀਮਤ ਨਹੀਂ ਪੈਂਦੀ। ਦੇਖਣ ਨੂੰ ਮਨੁੱਖ ਭਾਵੇਂ ਕਿੰਨੇ ਸੋਹਣਾ ਸੁਨੱਖਾ ਕਿਉਂ ਨਾ ਹੋਵੇ, ਪਰ ਜੋ ਮਿੱਠਾ ਨਹੀਂ ਬੋਲਦਾ, ਨਿਮਰਤਾ ਨਾਲ ਨਹੀਂ ਰਹਿੰਦਾ, ਤਾਂ ਫਿਰ ਉਹ ਪਰਮਾਤਮਾ ਦੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ ਹੁੰਦਾ, ਅਤੇ ਨਾ ਹੀ ਲੋਕ ਉਹਨੂੰ ਚੰਗਾ ਸਮਝਣ। ਕੌੜੇ ਬੰਦੇ ਨੂੰ ਕੋਈ ਵੀ ਨਹੀਂ ਪਸੰਦ ਕਰਦਾ, ਹੰਕਾਰੀ ਬੰਦੇ ਨੂੰ ਵੀ ਕੋਈ ਨਹੀਂ ਪਸੰਦ ਕਰਦਾ। ਸੋ ਮਿੱਠਾ ਬੋਲਣਾ ਅਤੇ ਨਿਮਰਤਾ ਨਾਲ ਰਹਿਣਾ, ਇਹ ਸਾਰੀਆਂ ਚੰਗਿਆਈਆਂ ਦਾ ਤੱਤ ਹੈ, ਨਿਚੋੜ ਹੈ। ਇਸ ਲਈ ਬਾਹਰੋਂ ਵਧੀਆ ਦਿਖਾਈ ਦੇਣਾ ਹੋਰ ਗੱਲ ਹੈ, ਅੰਦਰ ਗੁਣ ਹੋਣਾ ਹੋਰ ਗੱਲ ਹੈ। ਠੀਕ ਹੈ, ਬਾਹਰੋਂ ਵਧੀਆ ਦਿਖਾਈ ਦੇ ਰਿਹਾ ਹੈ, ਦੇਖਣ ਨੂੰ ਸੋਹਣਾ ਚੰਗਾ ਲੱਗ ਰਿਹਾ ਹੈ, ਪਰ ਜਦੋਂ ਵਰਤਿਆ ਤਾਂ ਫਿਰ ਪਤਾ ਲੱਗਾ ਵੀ ਇਹਦੇ ਤਾਂ ਗੁਣ ਹੀ ਕੋਈ ਨਹੀਂ, ਇਹਦੀ ਗੁਣ ਹੀ ਕੋਈ ਨਹੀਂ। ਸੋ ਗੁਰੂ ਮਹਾਰਾਜ ਕਹਿੰਦੇ ਇਹ ਦੋ ਗੁਣ ਵਿਸ਼ੇਸ਼ ਗੁਣ ਨੇ, ਮਿੱਠਾ ਬੋਲਣਾ ਅਤੇ ਨਿਮਰਤਾ ਨਾਲ ਰਹਿਣਾ। ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਇ। ਸਾਰੇ ਹਰ ਇੱਕ ਬੰਦਾ ਆਪਣੇ ਸਵਾਰਥ ਲਈ ਦੂਜਿਆਂ ਅੱਗੇ ਝੁਕਦਾ। ਗੁਰੂ ਅੱਗੇ ਵੀ ਜੇ ਆਪਾਂ ਝੁਕਦੇ ਹਾਂ, ਆਪਣੇ ਸਵਾਰਥ ਲਈ ਝੁਕਦੇ। ਕਿਸੇ ਆਫਿਸਰ ਅੱਗੇ ਝੁਕਦੇ ਹਾਂ, ਆਪਣੇ ਸਵਾਰਥ ਲਈ ਝੁਕਦੇ ਹਾਂ। ਕਿਸੇ ਸਾਧੂ ਅੱਗੇ ਝੁਕਦੇ ਹਾਂ, ਆਪਣੇ ਸਵਾਰਥ ਲਈ ਝੁਕਦੇ ਹਾਂ। ਮੈਨੂੰ ਵੀ ਜਿਹੜੇ ਮਿਲਣ ਆਉਂਦੇ ਨੇ, ਆਪਣੇ ਸਵਾਰਥ ਲਈ ਆਉਂਦੇ ਨੇ। ਬੰਦਾ ਆਪਣੇ ਸਵਾਰਥ ਦੀ ਖਾਤਰ ਕਿਸੇ ਦੇ ਅੱਗੇ ਝੁਕਦਾ ਹੈ। ਆਮ ਕਹਾਵਤ ਹੈ, ਇਹ ਕੰਮ ਵੇਲੇ ਤਾਂ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ। ਕਈ ਵਾਰ ਮੈਂ ਦੇਖਿਆ ਗਧੇ ਨੂੰ ਹਿੱਕ ਰਿਹਾ, ਉਹ ਚੱਲਦਾ ਨਹੀਂ ਹੈ,
ਹੁਣ ਉਹ ਬਾਪੂ ਤੁਰ ਪੈ ਤੂੰ, ਦੇਖੋ ਗਧੇ ਨੂੰ ਬਾਪੂ ਕਹਿ ਰਿਹਾ, ਕਿਉਂ ਕਮਲਨ ਕੰਮ ਵੇਲੇ ਗਧੇ ਨੂੰ ਵੀ ਬਾਪੂ ਕਹਿ ਰਿਹਾ ਹੈ, ਉਹ ਬਾਪੂ ਤੁਰ ਪੈ। ਸੋ ਇਸ ਲਈ ਸਭ ਕੋ ਮਤਲਬ ਹਰ ਇੱਕ ਨਿਵੇਂ ਹੁੰਦਾ, ਨਿਵਣਾ ਝੁਕਣਾ ਆਪ ਕੋ ਆਪਣੇ ਲਈ। ਹਰ ਇੱਕ ਆਪਣੇ ਲਈ ਦੂਜੇ ਅੱਗੇ ਝੁਕਦਾ ਹੈ, ਆਪਣੇ ਸਵਾਰਥ ਲਈ ਦੂਜੇ ਅੱਗੇ ਝੁਕਦਾ ਹੈ। ਪਰ ਕੋ ਨਿਵੇਂ ਨਾ ਕੋਏ, ਉਂਝ ਦੂਜੇ ਅੱਗੇ ਕੋਈ ਨਹੀਂ ਝੁਕਦਾ, ਬਗਾਨੇ ਅੱਗੇ ਉਂਝ ਕੋਈ ਨਹੀਂ ਝੁਕਦਾ, ਆਪਣੇ ਸਵਾਰਥ ਲਈ ਮਨੁੱਖ ਦੂਜੇ ਅੱਗੇ ਝੁਕਦਾ ਹੈ। ਧਰ ਤਰਾਜ਼ੂ, ਖਿਆਲ ਰੱਖਣਾ ਤਰਾਜ਼ੂ ਬੋਲਣਾ, ਜੱਜੇ ਦੇ ਪੈਰ ਬਿੰਦੀ ਲਾ ਕੇ। ਫਾਰਸੀ ਦਾ ਸ਼ਬਦ ਹੈ, ਹਿੰਦੀ ਪੰਜਾਬੀ ਦਾ ਨਹੀਂ ਹੈ। ਆਪਣੇ ਦਾ ਤੱਕੜੀ ਹੈ, ਆਪਣਾ ਕੀ ਸ਼ਬਦ ਹੈ? ਤੱਕੜੀ। ਫਾਰਸੀ ਦਾ ਸ਼ਬਦ ਹੈ ਤਰਾਜ਼ੂ, ਜ਼ਜ਼ਾ ਬੋਲਣਾ, ਤਾਰਾਜੂ ਨਹੀਂ ਬੋਲਣਾ, ਤਾਰਾਜ਼ੂ। ਧਰ ਤਾਰਾਜ਼ੂ ਤੋਲੀਏ, ਪਰ ਜੇ ਤੱਕੜੀ ਤੇ ਰੱਖ ਕੇ ਤੋਲਿਆ ਜਾਵੇ ਨਾ, ਨਿਵੇਂ ਸੋ ਗੌਰਾ ਹੋਏ। ਜੋ ਝੁਕਦਾ ਹੈ ਅਸਲ ਉਹੀ ਭਾਰਾ ਹੈ। ਤੱਕੜੀ ਤੇ ਰੱਖੀ, ਇੱਕ ਪਾਸੇ ਹੰਕਾਰੀ ਬੰਦਾ ਰੱਖ ਲਈਏ, ਇੱਕ ਪਾਸੇ ਨਿਮਰਤਾ ਵਾਲਾ ਬੰਦਾ ਰੱਖ ਲਈਏ, ਤੇ ਦੋਨਾਂ ਨੂੰ ਤੋਲੀਏ, ਤੇ ਜਿਹਦੇ ਅੰਦਰ ਨਿਮਰਤਾ ਹੈ ਨਾ, ਉਹ ਪਾਸਾ ਨੀਵਾਂ ਹੋ ਜਾਏਗਾ, ਉਹ ਭਾਰਾ ਹੋ ਜਾਏਗਾ। ਗੌਰਾ ਬਣੇ ਭਾਰਾ। ਜੇ ਤੱਕੜੀ ਤੇ ਰੱਖ ਕੇ ਤੋਲਿਆ ਜਾਵੇ ਦੋ ਬੰਦਿਆਂ ਨੂੰ, ਇੱਕ ਦੇਖਣ ਨੂੰ ਬੜਾ ਸੋਹਣਾ ਹੈ ਪਰ ਉਹਦੇ ਅੰਦਰ ਗੁਣ ਨਹੀਂ ਹੈਗੇ, ਨਾ ਉਹਦੇ ਅੰਦਰ ਨਿਮਰਤਾ ਹੈ, ਨਾ ਉਹਦੇ ਅੰਦਰ ਮਿਠਾਸ ਹੈ। ਦੂਜਾ ਹੈ ਦੇਖਣ ਨੂੰ ਭਾਵੇਂ ਸੋਹਣਾ ਨਹੀਂ, ਪਰ ਉਹ ਮਿੱਠਾ ਬੋਲਦਾ ਹੈ ਤੇ ਨਿਮਰਤਾ ਨਾਲ ਰਹਿੰਦਾ। ਜਦੋਂ ਕਹਿੰਦੇ ਦੋਨਾਂ ਨੂੰ ਤੋਲਾਂਗੇ ਨਾ ਤੱਕੜੀ ਤੇ ਰੱਖ ਕੇ, ਜਿਹੜਾ ਨਿਵੇਗਾ ਭਾਵ ਜਿਹਦੇ ਅੰਦਰ ਨਿਮਰਤਾ ਹੈ, ਸੋ ਗੌਰਾ ਹੋਏ, ਉਹੀ ਭਾਰਾ ਹੋਏਗਾ। ਉਹ ਤੱਕੜੀ ਵਾਲਾ ਪਾਸਾ ਨੀਵਾਂ ਹੋ ਜਾਏਗਾ। ਜਿੱਧਰ ਭਾਰ ਜ਼ਿਆਦਾ ਹੋਵੇ ਉਹ ਪਾਸਾ ਨੀਵਾਂ ਹੋ ਜਾਂਦਾ ਨਾ। ਅਪਰਾਧੀ ਦੂਣਾ ਨਿਵੇ, ਕਹਿੰਦੇ ਪਰ ਕਿਸੇ ਭੁਲੇਖੇ 'ਚ ਨਹੀਂ ਆ ਜਾਣਾ ਵੀ ਜਿਹੜਾ ਝੁਕਦਾ ਹੈ ਦੂਜਿਆਂ ਦੇ ਅੱਗੇ, ਪਤਾ ਨਹੀਂ ਬੜਾ ਵਧੀਆ ਬੰਦਾ, ਵੀ ਪਤਾ ਨਹੀਂ ਵਧੀਆ, ਵੀ ਬੜਾ ਨਿਮਰਤਾ ਰੱਖਦਾ, ਬੜਾ ਝੁਕ ਨਹੀਂ। ਅਪਰਾਧੀ ਦੂਣਾ ਨਿਵੇ, ਜੋ ਹੰਤਾ ਮਿਰਗਾਹੀਂ, ਮਿਰਗਾਹੀਂ ਬਹੁਵਚਨ ਹੈ ਮਿਰਗਾਂ ਦਾ। ਹੰਤਾ ਦਾ ਸ਼ਿਕਾਰੀ, ਮਿਰਗਾਂ ਨੂੰ ਮਾਰਨ ਵਾਲਾ, ਉਹ ਅਪਰਾਧੀ ਹੈ, ਜਾਨਵਰਾਂ ਨੂੰ ਮਾਰ ਰਿਹਾ ਹੈ, ਪਰ ਉਹ ਬੜਾ ਝੁਕਦਾ ਹੈ, ਉਹ ਨੀਵਾਂ ਹੁੰਦਾ ਹੈ, ਬੜਾ ਨੀਵਾਂ ਹੋ ਕੇ ਉਹ ਸ਼ਿਕਾਰ ਕਰਦਾ। ਵੀ ਜੇ ਮੈਂ ਸਿੱਧਾ ਖੜਾ ਹੋਇਆ ਤੇ ਮਿਰਗਾਂ ਨੂੰ ਪਤਾ ਲੱਗ ਜਾਣਾ, ਸ਼ਿਕਾਰੀ ਉਹਨੇ ਭੱਜ ਲੈਣਾ। ਉਹ ਨੀਵਾਂ ਹੋ ਕੇ ਮਿਰਗਾਂ ਨੂੰ ਦਿਸੇ ਨਾ। ਹੁਣ ਜਿਹੜਾ ਸ਼ਿਕਾਰੀ ਹੈ ਉਹ ਸਗੋਂ ਦੂਜੇ ਨੂੰ ਦੂਣਾ ਨਿਵਦਾ, ਦੂਜੇ ਤਾਂ ਸੇਰੀ ਝੁਕਾਉਂਦੇ ਨੇ, ਹੁਣ ਤਾਂ ਲੱਕ ਵੀ ਝੁਕਾਇਆ ਹੁੰਦਾ ਹੈ, ਪਰ ਹੈ ਉਹ ਅਪਰਾਧੀ। ਦੇਖਣ ਨੂੰ ਝੁਕ ਰਿਹਾ ਪਰ ਉਹ ਅਪਰਾਧੀ ਹੈ, ਕਿਉਂਕਿ ਮਿਰਗਾਂ ਨੂੰ ਮਾਰਨ ਲੱਗਾ ਹੈ। ਉਹਨਾਂ ਦਾ ਹੰਤਾ ਹੈ, ਉਹਨਾਂ ਨੂੰ ਮਾਰਨ ਵਾਲਾ ਸ਼ਿਕਾਰੀ ਹੈ। ਦੇਖਣ ਨੂੰ ਝੁਕਦੇ ਦੂਜਿਆਂ ਨਾਲ ਵੀ ਜ਼ਿਆਦਾ ਰਿਹਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸੀਸ ਨਿਵਾਇ ਕਿਆ ਥੀਐ, ਜਾਂ ਹਿਰਦੈ ਕੁਸ਼ੁੱਧੇ ਜਾਹੀਂ। ਹਿਰਦੇ 'ਚ ਕੁਸ਼ੁੱਧੇ, ਸ਼ੁੱਧ ਨਹੀਂ ਹੈ। ਜਿਨ੍ਹਾਂ ਦਾ ਹਿਰਦਾ ਸ਼ੁੱਧ ਨਹੀਂ ਹੈ, ਮਨ ਦੇ ਖੋਟੇ ਨੇ, ਮਨ ਦੇ ਖੋਟੇ ਨੇ। ਸਿਰ ਨਵਾਉਣ ਨਾਲ ਕੀ ਫਰਕ ਪੈਂਦਾ? ਕਹਿੰਦੇ ਸੀਸ ਨਵਾਇਆ ਕਿਆ ਥੀਏ, ਗੁਰੂ ਅੱਗੇ ਜਾ ਕੇ ਸਿਰ ਝੁਕਾਇਆ, ਮੱਥਾ ਟੇਕਿਆ, ਡੰਡੌਤ ਕੀਤੀ, ਕਿਸੇ ਨੇ ਮੂਰਤੀ ਅੱਗੇ ਕੀਤੀ,
पर हिरदा शुद्ध नहीं है, मन खोटा है, ਉਹਦਾ ਸਿਰ ਝੁਕਾਇਆ ਵੀ ਕਿਸੇ ਲਾਭ ਦਾ ਨਹੀਂ, ਵਿਅਰਥ ਉਹਦਾ ਸਿਰ ਝੁਕਾਇਆ। ਕਿਉਂਕਿ ਜਿਹਦੇ ਅੱਗੇ ਸਿਰ ਝੁਕਾ ਰਿਹਾ ਉਹ ਜਾਣੀ ਜਾਣ ਹੈ, ਉਹਨੂੰ ਪਤਾ ਹੈ ਇਹ ਬੰਦਾ ਖੋਟਾ ਹੈ, ਇਹ ਬੜਾ ਡੰਡੌਤ ਕਰ ਰਿਹਾ ਹੈ, ਸਮਾਂ ਆਉਣ 'ਤੇ ਅੱਗੋਂ ਇਹਨੇ ਪੈਸੇ ਚੱਕ ਕੇ ਲੈ ਜਾਣੇ ਨੇ, ਇਹ ਗੋਲਕ ਵੀ ਚੱਕ ਸਕਦਾ ਹੈ, ਇਹ ਗੋਲਕ ਤੋੜ ਵੀ ਸਕਦਾ ਹੈ, ਇਹ ਕਿਸੇ ਸਤਸੰਗ ਦੀ ਜੇਬ ਵੀ ਕੱਟ ਸਕਦਾ ਹੈ, ਇਹ ਗੁਰਦੁਆਰੇ ਦੀ ਕੋਈ ਚੀਜ਼ ਵੀ ਚੱਕ ਸਕਦਾ ਹੈ, ਕਿਉਂਕਿ ਹਿਰਦੈ ਕੁਸ਼ੁੱਧ, ਸ਼ੁੱਧ ਦਾ ਵਿਰੋਧੀ ਸ਼ਬਦ ਹੈ ਕੁਸ਼ੁੱਧ, ਸ਼ੁੱਧ ਸਾਫ, ਕੁਸ਼ੁੱਧ ਗੰਦੇ। ਹਿਰਦੇ ਦੇ ਗੰਦੇ ਨੇ, ਇਸ ਲਈ ਕਹਿੰਦੇ ਉਹਨਾਂ ਦਾ ਸਿਰ ਨਮਾਉਣ ਨਾਲ ਕੀ ਹੋ ਜਾਏ, ਕਿਆ ਥੀਏ ਕੀ ਹੋ ਜਾਏਗਾ। ਜਦੋਂ ਹਿਰਦਾ ਹੀ ਕੁਸ਼ੁੱਧ ਹੈ, ਜੋ ਦਿਲ ਦੇ ਖੋਟੇ ਹਨ, ਸੁੱਧ, ਜਦੋਂ ਮੱਥਾ ਟੇਕਣਾ ਦਿਲ ਸਾਫ਼ ਹੋਣਾ ਚਾਹੀਏ। ਨਾਨਕ ਘਰ ਹੀ ਬੈਠਿਆਂ ਸ਼ੋ ਮਿਲੇ, ਜੇ ਨੀਅਤ ਰਾਸ ਕਰੇ। ਜੇ ਬੰਦਾ ਆਪਣੇ ਮਨ ਨੂੰ ਠੀਕ ਕਰ ਲੈ, ਘਰ ਬੈਠੇ ਰੱਬ ਮਿਲ ਜਾਂਦਾ। ਜੇ ਮਨ ਠੀਕ ਨਹੀਂ ਤਾਂ ਸਾਰੀ ਉਮਰ ਚਾਹੇ ਗੁਰਦੁਆਰੇ ਜਾਈ ਜਾਓ, ਸਾਰੀ ਉਮਰ ਗੁਰਦੁਆਰੇ ਜਾਈ ਜਾਓ, ਕੁਛ ਨਹੀਂ ਬਣਦਾ। ਅਤੇ ਜੇ ਹਿਰਦਾ ਸ਼ੁੱਧ ਹੈ ਤਾਂ ਘਰ ਬੈਠਿਆਂ ਵੀ ਗੱਲ ਬਣ ਸਕਦੀ ਹੈ, ਘਰ ਬੈਠਿਆਂ ਵੀ ਗੱਲ ਬਣ ਸਕਦੀ। ਅਗਰ ਹਿਰਦਾ ਸ਼ੁੱਧ ਹੈ ਅਤੇ ਤੁਸੀਂ ਭਜਨ ਬੰਦਗੀ ਕਰ ਰਹੇ ਹੋ, ਤੁਹਾਨੂੰ ਘਰ ਹੀ ਸੰਤ ਮਹਾਤਮਾ ਗੁਰੂ ਜੇ ਭਗਤ ਇਹ ਤੁਹਾਨੂੰ ਘਰ ਹੀ ਆ ਕੇ ਦਰਸ਼ਨ ਦੇਈ ਜਾਣਗੇ, ਤੁਹਾਨੂੰ ਮਿਲਣ ਆ ਜਾਣਗੇ। ਤੁਹਾਨੂੰ ਕਿਉਂ ਮਿਲਣ ਆ ਜਾਣਗੇ? ਕਿਉਂਕਿ ਉਹ ਭਗਤੀ ਨੂੰ ਪਿਆਰ ਕਰਦੇ ਨੇ। ਜਿਹੜਾ ਭਗਤੀ ਕਰਦਾ ਉਹ ਉਸ ਨੂੰ ਪਿਆਰ ਕਰਦੇ ਨੇ, ਇਸ ਲਈ ਉਹ ਪਿਆਰੇ ਨੂੰ ਮਿਲਣ ਆ ਜਾਂਦੇ ਨੇ। ਹਾਂ, ਪਿਆਰੇ ਨੂੰ ਅਜੇ ਦਿਸਣ, ਉਹ ਨਾ ਦਿਸਣ ਗੱਲ ਵੱਖਰੀ ਹੈ। ਭਜਨ ਬੰਦਗੀ ਕਰਨ ਵਾਲੇ ਨੂੰ ਹੋ ਸਕਦਾ ਰੂਹਾਂ ਨਾ ਦਿਸਣ, ਕਿਉਂਕਿ ਜੇ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹੀ, ਪਰ ਉਹ ਜ਼ਰੂਰ ਮਿਲਣ ਆਉਂਦੇ ਨੇ, ਉਹ ਜ਼ਰੂਰ ਮਿਲਣ ਆਉਂਦੇ ਨੇ, ਕਿਉਂਕਿ ਉਹ ਕਹਿੰਦੇ ਨੇ ਇਹ ਭਜਨ ਬੰਦਗੀ ਕਰਦਾ ਹੈ, ਇਹ ਸਾਡਾ ਸਾਥੀ ਹੈ, ਇਹ ਕਿਸੇ ਕਾਰਨ ਸਾਡੇ ਕੋਲ ਨਹੀਂ ਆ ਸਕਦਾ, ਚਲੋ ਅਸੀਂ ਹੀ ਮਿਲਾਈਏ, ਅਸੀਂ ਹੀ ਮਿਲਾਈਏ। ਜ਼ਰੂਰੀ ਨਹੀਂ ਕਿ ਚੇਲੇ ਹੀ ਗੁਰੂ ਨੂੰ ਮਿਲਣ ਆਉਣ। ਗੁਰੂ ਮਹਾਰਾਜ ਵੀ ਜਦੋਂ ਚੇਲੇ ਸੱਦਦੇ ਸਨ ਕਿ ਸਾਡੇ ਦਰਸ਼ਨ ਦਿਓ ਜੀ, ਜਾਂਦੇ ਸਨ। ਜ਼ਰੂਰੀ ਨਹੀਂ ਕਿ ਲੋਕ ਸੰਤਾਂ ਕੋਲ ਜਾਣ, ਸੰਤ ਵੀ ਲੋਕਾਂ ਦੇ ਘਰਾਂ ਚੱਕ ਕੇ ਚਰਨ ਪਾਉਂਦੇ, ਮਿਲਣ ਆਉਂਦੇ ਨੇ, ਮਿਲਣ ਆਉਂਦੇ, ਕਿਉਂਕਿ ਆਪਸੀ ਪਿਆਰ ਹੁੰਦਾ। ਦੋਨੋਂ ਭਜਨ ਬੰਦਗੀ ਕਰਨ ਵਾਲੇ ਹਨ, ਇਸ ਲਈ। ਮਹਿਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ। ਇਹ ਬਾਦੰ ਜਿਹੜੀ ਦੱਦੇ 'ਤੇ ਟਿੱਪੀ ਲੱਗੀ ਹੈ, ਇਹ ਗੰਗੇ ਦੀ ਅਸਲ 'ਚ ਆਵਾਜ਼ ਦਿੰਦੀ ਹੈ। ਜਿਹਨੂੰ ਨਾ ਗੱਲ ਸਮਝ ਆਵੇ, ਐਂ ਸਮਝੇ ਅੱਧੇ ਗੱਗੇ ਦੀ ਆਵਾਜ਼ ਦਿੰਦੀ ਹੈ। ਪੂਰਾ ਗੱਗਾ ਨਹੀਂ ਬੋਲਣਾ, ਬਾਦੰਗ ਐ ਨਹੀਂ ਬੋਲਣਾ, ਉਹ ਤਾਂ ਪੂਰਾ ਗੱਗਾ ਹੋ ਗਿਆ। ਜੇ ਇਸ ਨੂੰ ਕੋਈ ਪੜ੍ਹਦਾ ਬਾਦੰਗ, ਉਹ ਤਾਂ ਪੂਰਾ ਗੱਗਾ ਹੋ ਗਿਆ, ਨਹੀਂ, ਅੱਧਾ ਗੱਗਾ, ਬਾਦੰਗ। ਇੰਨਾ ਪਤਾ ਲੱਗੇ ਕਿ ਦੱਦੇ ਤੋਂ ਬਾਅਦ ਕੋਈ ਅੱਖਰ ਬੋਲਿਆ ਗਿਆ ਹੈ, ਬਾਦੰਗ। ਪੜ੍ਹ ਪੁਸਤਕ ਸੰਧਿਆ ਬਾਦੰ, ਸੈਲ ਪੂਜਸ ਬਗੁਲ ਸਮਾਦੰ। ਮੁਖ ਝੂਠ ਬੇਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਗਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ। ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ। ਕਹੋ ਨਾਨਕ ਨਿਹਚੋ ਧਿਆਵੈ, ਵਿਨ ਸਤਿਗੁਰ ਵਾਟ ਨਾ ਪਾਵੈ।
ਪੜ੍ਹ ਪੁਸਤਕ ਸੰਧਿਆ ਬਾਦੰ। ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਨੇ। ਸੰਧਿਆ ਜਿਹੜਾ ਆਪਾਂ ਪਾਠ ਪੂਜਾ ਕਰਦੇ ਹਾਂ, ਉਹ ਸਵੇਰੇ ਸ਼ਾਮ ਪੂਜਾ ਕਰਦੇ ਨੇ, ਮੂਰਤੀ ਪੂਜਾ ਕਰਦੇ ਨੇ। ਬਾਦੰ, ਪਰ ਵਾਦ ਵਿਵਾਦ ਵੀ ਕਰਦੇ ਹਨ। ਹਉਮੈ ਵੀ ਸਾਨੂੰ ਬੜਾ ਗਿਆਨ ਹੈ, ਉਹ ਫਿਰ ਦੂਜੇ ਪੰਡਤਾਂ ਨਾਲ ਵਾਦ ਵਿਵਾਦ ਬਹਿਸ ਕਰਦੇ ਨੇ। ਬਹਿਸ ਕਰਦੇ। ਇੱਕ ਹੁੰਦਾ ਸਲਾਹ ਮਸ਼ਵਰਾ ਕਰਨਾ, ਉਹ ਹੋਰ ਗੱਲ ਹੁੰਦੀ। ਮੰਨ ਲਓ ਮੇਰੇ ਕੋਲ ਕੋਈ ਬੰਦਾ ਆਇਆ, ਉਹ ਕੋਈ ਪੁੱਛਣਾ ਚਾਹੁੰਦਾ ਗੁਰਬਾਣੀ ਬਾਰੇ, ਉਹਨੂੰ ਸਮਝ ਨਹੀਂ ਆਈ, ਮੈਂ ਉਹਨੂੰ ਸਮਝਾਉਣਾ। ਇੱਕ ਬਹਿਸ ਕਰਨਾ ਹੈ, ਤੁਸੀਂ ਐਂ ਕਹਿੰਦੇ ਜੀ ਐਂ ਨਹੀਂ ਹੋ ਸਕਦਾ, ਐਂ ਹੋਣਾ ਚਾਹੀਦਾ ਜੀ, ਉਹ ਬਹਿਸ ਹੈ। ਅਤੇ ਗੁਰਬਾਣੀ ਜੀ ਕਿ ਕਿਸੇ ਨਾਲ ਬਹਿਸ ਨਹੀਂ ਕਰਨੀ, ਕਿਸੇ ਨਾਲ ਬਹਿਸ ਨਹੀਂ ਕਰਨੀ। ਉਹਨੂੰ ਕਹੇ ਭਾਈ ਕੋਈ ਸਲਾਹ ਲੈਣੀ ਹੈ, ਗੱਲ ਕਰ, ਬਹਿਸ ਨਹੀਂ ਕਰਨੀ ਮੇਰੇ ਨਾਲ। ਹੁਣ ਬਹਿਸ ਕਰਨ ਹੀ ਪੰਡਿਤ ਵਿਦਵਾਨ ਆਇਆ ਸੀ ਕਬੀਰ ਸਾਹਿਬ ਕੋਲ। ਕੱਲ੍ਹ ਸੁਣੀ ਨਾ ਕਥਾ ਤੁਸੀਂ? ਊਠ ਦੇ ਬੋਰੇ ਹੁੰਦੇ ਸਾਈਡਾਂ 'ਤੇ। ਬੜਾ ਵਿਦਵਾਨ ਸੀ, ਤਾਂ ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ। ਉਦੋਂ ਇਹ ਨਿਯਮ ਸੀ ਕਿ ਜਦੋਂ ਦੋ ਵਿਦਵਾਨ ਪੰਡਿਤ ਆਪਸ 'ਚ ਬਹਿਸ ਕਰਦੇ ਸਨ, ਕੁਐਸਚਨ ਆਨਸਰ, ਪ੍ਰਸ਼ਨ ਉੱਤਰ, ਤਾਂ ਦੋਨੋਂ ਜਿੰਨੀਆਂ ਵੀ ਉਹਨਾਂ ਕੋਲ ਧਾਰਮਿਕ ਗ੍ਰੰਥ ਹੁੰਦੇ ਸਨ, ਉਹ ਸਾਰੇ ਨਾਲ ਲੈ ਕੇ ਆਇਆ ਕਰਦੇ ਸਨ। ਇਹ ਨਿਯਮ ਸੀ ਕਿ ਜਿਹੜਾ ਵਿਦਵਾਨ ਜਿੱਤ ਜਾਂਦਾ ਸੀ, ਉਹ ਹਾਰੇ ਹੋਏ ਵਿਦਵਾਨ ਦੇ ਸਾਰੇ ਗ੍ਰੰਥ ਆਪ ਲੈ ਲਿਆ ਕਰਦਾ ਸੀ। ਇਹ ਸ਼ਰਤ ਸੀ। ਇਸ ਲਈ ਉਹ ਊਠ ਦੇ ਬੋਰੇ ਭਰ ਕੇ, ਜਿਨ੍ਹਾਂ ਨੇ ਕਦੇ ਊਠ ਵੇਖੇ, ਉਹ ਤੇ ਕਪਾਹ ਲੱਦੀ ਹੋਈ ਜਾਂ ਹੋਰ ਚੀਜ਼ ਲੱਦੀ ਹੋਈ ਦੇਖੀ, ਉਹਨਾਂ ਨੂੰ ਪਤਾ ਹੈ ਕਿ ਉਹਦੇ ਦੋਨੋਂ ਸਾਈਡਾਂ 'ਤੇ ਵੱਡੇ ਵੱਡੇ ਬੋਰੇ ਲਟਕ ਰਹੇ ਹੁੰਦੇ ਨੇ, ਜਿਸ ਦੇ ਵਿੱਚ ਸਮਾਨ ਪਾਇਆ ਹੁੰਦਾ ਹੈ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਲਈ। ਉਹ ਕਿਤਾਬਾਂ ਦੇ ਬੋਰੇ ਭਰੇ ਹੋਏ ਹਨ। ਆ ਗਿਆ ਊਠ ਲੈ ਕੇ, ਕਬੀਰ ਸਾਹਿਬ ਨੂੰ ਆਵਾਜ਼ ਮਾਰੀ। ਕਬੀਰ ਸਾਹਿਬ ਆ ਰਹੇ, ਆਓ ਜੀ, ਕਹਿੰਦੇ ਪੰਡਿਤ ਜੀ ਧੰਨ ਪਾ, ਕਿਵੇਂ ਦਰਸ਼ਨ ਦਿੱਤੇ ਨੇ ਗਰੀਬ ਦੇ ਘਰ। ਕਹਿੰਦੇ ਜੀ ਮੈਂ ਸੁਣਿਆ ਤੁਹਾਡਾ ਬੜਾ ਨਾਮ ਹੈ, ਲੋਕ ਬੜ ਧੰਨ ਕਬੀਰ ਕਹਿੰਦੇ ਹਨ। ਇਹਦੇ ਵਿੱਚ ਤੁਸੀਂ ਬਹੁਤ ਵੱਡੇ ਵਿਦਵਾਨ ਹੋ, ਮੈਂ ਤੁਹਾਡੇ ਨਾਲ ਬਹਿਸ ਕਰਨ ਆਇਆ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ ਮੈਂ ਗਰੀਬ ਜੁਲਾਹਾ ਹਾਂ, ਜਿਹੜੇ ਤੁਸੀਂ ਲੋਕ ਹੋ ਇਹ ਸਾਨੂੰ ਮੰਦਿਰਾਂ 'ਚ ਵੜਨ ਨਹੀਂ ਦਿੰਦੇ, ਅਤੇ ਮੰਦਿਰਾਂ ਤੋਂ ਬਾਹਰ ਪੜ੍ਹਾਈ ਕੋਈ ਨਹੀਂ। ਪੁਰਾਣੇ ਜ਼ਮਾਨੇ ਜਿਹੜੀ ਵਿੱਦਿਆ ਸੀ ਉਹ ਮਸੀਤਾਂ ਅਤੇ ਮੰਦਿਰਾਂ ਦੇ ਵਿੱਚ ਹੀ ਹੋਇਆ ਕਰਦੀ ਸੀ। ਸਿੱਖ ਧਰਮ ਜੋ ਸ਼ੁਰੂ ਹੋਇਆ ਗੁਰਦੁਆਰਿਆਂ ਦੇ ਵਿੱਚ ਪੜ੍ਹਾਈ ਹੁੰਦੀ ਸੀ। ਆਹ ਜਿਹੜੇ ਹੁਣ ਸਕੂਲ ਕਾਲਜ ਨੇ ਨਾ, ਇਹ ਤਾਂ ਅੰਗਰੇਜ਼ ਲਿਆਏ ਨੇ। ਇਹ ਤਾਂ ਜਦੋਂ ਅੰਗਰੇਜ਼ਾਂ ਦਾ ਰਾਜ ਹਿੰਦੁਸਤਾਨ 'ਤੇ ਹੋਇਆ, ਇਹਨਾਂ ਨੇ ਸਕੂਲ ਅਤੇ ਕਾਲਜ ਖੋਲ੍ਹੇ ਨੇ। ਨਹੀਂ ਤਾਂ ਸਾਡੀ ਸਾਰੀ ਪੜ੍ਹਾਈ ਮੰਦਿਰਾਂ, ਮਸੀਤਾਂ, ਗੁਰਦੁਆਰਿਆਂ ਦੇ ਵਿੱਚ ਹੀ ਹੋਇਆ ਕਰਦੀ ਸੀ। ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਅਨਪੜ੍ਹਾਂ ਭਰਾਵਾ, ਸਾਨੂੰ ਤਾਂ ਦਸਖਤ ਕਰਨੇ ਆਉਂਦੇ ਨੇ, ਅਸੀਂ ਨਹੀਂ ਕੋਈ ਬਹਿਸ ਕਰਨੀ। ਬਹਿਸ ਤਾਂ ਵਿਦਵਾਨ ਕਰਦੇ ਨੇ, ਅਸੀਂ ਕੋਈ ਵਿਦਵਾਨ ਨਹੀਂ। ਕਹਿੰਦੇ ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਹਾਂ, ਕਹਿੰਦੇ ਮੰਨਦੇ। ਲਿਖ ਕੇ ਦਿਓਗੇ? ਕਹਿੰਦੇ ਭਾਈ ਸਾਨੂੰ ਚੰਗੀ ਤਰ੍ਹਾਂ ਲਿਖਣਾ ਨਹੀਂ ਆਉਂਦਾ, ਅਸੀਂ ਕਿਤੇ ਬੋਰਡ ਤਾਂ ਪੜ੍ਹੇ ਲਿਖੇ ਤਾਂ ਹੈ ਨਹੀਂ, ਸਾਨੂੰ ਤਾਂ ਆਪਣੇ ਦਸਖਤ ਕਰਨੇ ਹੁੰਦੇ, ਆਪਣਾ ਨਾਮ ਲਿਖਣਾ ਹੁੰਦਾ ਹੈ, ਤੁਸੀਂ ਲਿਖ ਲਓ ਅਤੇ ਮੈਂ ਦਸਖਤ ਕਰ ਦਿੰਦਾ। ਉਹਨੇ ਲਿਖ ਲਿਆ ਬਈ ਕਬੀਰ ਦੀ ਅਤੇ ਮੇਰੀ ਬਹਿਸ ਹੋਈ, ਉਸ ਦੇ ਵਿੱਚ ਕਬੀਰ ਹਾਰ ਗਿਆ ਅਤੇ ਮੈਂ ਜਿੱਤਿਆ। ਕਬੀਰ ਸਾਹਿਬ ਨੇ ਦਸਖਤ ਕਰਤੇ।
ਜਾ ਕੇ ਪੰਡਤਾਂ ਨੂੰ ਕਹਿੰਦਾ ਮੈਂ ਤਾਂ 5 ਮਿੰਟਾਂ 'ਚ ਕਬੀਰ ਸਾਹਿਬ ਨੂੰ ਹਰਾ ਆਇਆ, ਤੁਸੀਂ ਤਾਂ ਕਹਿੰਦੇ ਧੰਨ ਕਬੀਰ ਧੰਨ ਕਬੀਰ। ਉਹ ਕਹਿੰਦੇ ਵੀ ਕੀ ਸਬੂਤ ਹੈ? ਕੀ ਸਬੂਤ ਹੈ? ਕਹਿੰਦੇ ਆਹ ਦੇਖੋ ਲਿਖਿਆ ਹੋਇਆ। ਜਦ ਇੱਕ ਪੰਡਤ ਨੇ ਪੜ੍ਹਿਆ, ਉਹ 'ਚ ਲਿਖਿਆ ਸੀ ਕਬੀਰ ਜਿੱਤਿਆ ਮੈਂ ਹਾਰਿਆ। ਕਹਿੰਦੇ ਇਸ਼ਤਾਰ ਲਿਖਿਆ ਹੋਇਆ ਹੋਇਆ। ਫਿਰ ਚਲੇ ਗਏ। ਕਬੀਰ ਸਾਹਿਬ ਕਹਿੰਦੇ ਪੰਡਤ ਜੀ ਤੁਸੀਂ ਆਪ ਹੀ ਲਿਖਿਆ ਸੀ, ਮੈਂ ਤਾਂ ਦੱਸ ਕੇ ਫਿਰ ਲਿਖ ਲਓ। ਫਿਰ ਲਿਖ ਲਿਆ ਕਬੀਰ ਹਾਰਿਆ ਮੈਂ ਜਿੱਤਿਆ। ਕਬੀਰ ਸਾਹਿਬ ਫਿਰ ਦੱਸੇ ਕਰਦੇ, ਫਿਰ ਲੈ ਗਏ। ਇੱਕ ਪੰਡਤ ਕਹਿੰਦੇ ਲੈ ਮੈਨੂੰ ਪੜ੍ਹਾ, ਜੇ ਉੱਥੇ ਲਿਖਿਆ ਕਬੀਰ ਜਿੱਤਿਆ ਮੈਂ ਹਾਰਿਆ। ਸ਼ਰਮਿੰਦਾ ਹੋ ਗਿਆ, ਆ ਕੇ ਮੁਆਫੀਆਂ ਮੰਗਦਾ ਹੈ। ਆਦਤ ਸੀ ਉਦੋਂ ਵਾਦ ਵਿਵਾਦ ਕਰਨ ਦੇ, ਬਹਿਸ ਕਰਨ ਦੇ, ਕਿਉਂਕਿ ਅੰਦਰ ਗਿਆਨ ਦੀ ਹਉਮੈ ਸੀ ਵੀ ਮੈਂ ਬਹੁਤ ਗਿਆਨਵਾਨ ਹਾਂ। ਪੜ੍ਹ ਪੁਸਤਕਾਂ ਪੜ੍ਹਦੇ ਨੇ, ਸੰਧਿਆ ਕਰਦੇ ਨੇ ਸਵੇਰੇ ਸ਼ਾਮ, ਮੂਰਤੀ ਪੂਜਾ ਕਰਦੇ ਨੇ, ਪਰ ਵਾਦ ਵਿਵਾਦ ਕਰਦੇ ਨੇ। ਸਿਲ ਪੂਜਸ, ਪੱਥਰ ਨੂੰ ਪੂਜਦੇ ਨੇ, ਭਾਵ ਮੂਰਤੀ ਪੂਜਦੇ ਨੇ। ਬਗਲ ਸਮਾਧਨ, ਤੇ ਬਗਲੇ ਦੀ ਤਰ੍ਹਾਂ ਸਮਾਧੀ ਲਾਉਂਦੇ ਨੇ। ਧਿਆਨ ਦੇਣਾ, ਜਦ ਅਸੀਂ ਖੇਤ ਨੂੰ ਪਾਣੀ ਲਾਇਆ ਕਰਨਾ, ਹੁਣ ਜੇ ਪਾਣੀ ਲਾਉਣੇ ਆ ਤਾਂ ਖੇਤ ਦੇ ਵਿੱਚੋਂ ਕੁਝ ਕੀੜੇ ਮਕੌੜੇ ਪਾਣੀ ਤੋਂ ਆਪਣਾ ਬਚਾਅ ਕਰਨ ਲਈ ਬਾਹਰ ਨਿਕਲਦੇ ਸੀ। ਇੱਥੇ ਬਗਲੇ ਆ ਜਾਂਦੇ ਸੀ। ਬਗਲਾ ਕਈ ਵਾਰੀ ਇੱਕ ਲੱਤ 'ਤੇ ਖੜ੍ਹਾ, ਦੇਖਣ ਨੂੰ ਅੱਖਾਂ ਬੰਦ ਨੇ, ਅਲੱਗ ਕਹਿੰਦੇ ਬੱਲੇ ਬੱਲੇ ਵੇ, ਆਹ ਤਾਂ ਬਗਲੇ ਨੇ ਸਮਾਧੀ ਲਾਈ ਹੋਈ ਹੈ। ਪਰ ਮਨ ਦਾ ਖੋਟਾ ਹੈ। ਮਨ 'ਚ ਦੇਖ ਰਿਹਾ ਵੀ ਕਦੋਂ ਕੋਈ ਡੱਡੀ ਮੱਛੀ ਆਵੇ ਤੇ ਮੈਂ ਠੁੰਗ ਮਾਰਾਂ ਤੇ ਖਾ ਜਾ। ਦੇਖਣ ਨੂੰ ਸਮਾਧੀ ਹੈ, ਪਰ ਮਨ ਵਿੱਚ ਖੋਟ ਹੈ। ਨਾਮ ਨਹੀਂ ਜਪ ਰਿਹਾ, ਨਾਮ ਨਹੀਂ ਜਪ ਰਿਹਾ। ਸਭ ਕੋਸ਼ਿਸ਼ ਕਰ ਰਿਹਾ ਕਿਵੇਂ ਦੂਜੇ ਨੂੰ ਠੱਗਿਆ ਜਾਵੇ, ਕਿਵੇਂ ਮਾਇਆ ਇਕੱਠੀ ਕੀਤੀ ਜਾਵੇ। ਸੋ ਸਿਲ ਨੂੰ ਪੂਜਦਾ ਹੈ, ਭਾਵ ਮੂਰਤੀ ਦੀ ਪੂਜਾ ਕਰਦਾ ਹੈ, ਅਤੇ ਬਗਲੇ ਦੀ ਤਰ੍ਹਾਂ ਸਮਾਧੀ ਲਾਉਂਦਾ ਹੈ, ਭਾਵ ਵਿਖਾਵੇ ਦੀ ਸਮਾਧੀ। ਸਮਾਧੀ ਨਹੀਂ, ਵਿਖਾਵੇ ਦੀ ਸਮਾਧੀ। ਜਿਵੇਂ ਇੱਕ ਸਾਧ ਲੋਕਾਂ 'ਚ ਪ੍ਰਚਾਰ ਕਰਦਾ, ਮੈਂ ਤ੍ਰੈਕਾਲ ਦਰਸ਼ੀ ਹਾਂ, ਮੇਰੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ। ਗੁਰੂ ਨਾਨਕ ਦੇਖਿਆ ਇਹ ਝੂਠ ਬੋਲਦਾ, ਪਖੰਡੀ ਹੈ। ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਵੀ ਜਾ ਕੇ ਸੰਗਤ 'ਚ ਬੈਠ ਗਏ। ਉਹਦੇ ਅੱਗੇ ਜਿਹੜੇ ਪੈਸੇ ਸਨ ਪਏ ਭਾਂਡੇ 'ਚ, ਗੁਰੂ ਮਹਾਰਾਜ ਨੇ ਮਰਦਾਨਾ ਜੀ ਨੂੰ ਕਿਹਾ ਵੀ ਇਹ ਲੋਟਾ ਚੱਕ ਕੇ ਨਾ ਇਹਦੇ ਪਿਛਲੇ ਪਾਸੇ ਰੱਖ ਦੇ। ਕਿਉਂ? ਹੁਣ ਤੱਕ ਝੂਠੀ ਮੂਠੀ ਅੱਖਾਂ ਮੀਚੀਆਂ ਹੋਈਆਂ ਸਨ। ਜਦੋਂ ਕੁਝ ਸਮੇਂ ਬਾਅਦ ਅੱਖਾਂ ਖੋਲ੍ਹੀਆਂ, ਦੇਖਦਾ ਵੀ ਮੇਰਾ ਤਾਂ ਲੋਟਾ ਹੀ ਨਹੀਂ ਹੈਗਾ। ਕਹਿੰਦਾ ਵੀ ਮੇਰਾ ਲੋਟਾ ਕਿੱਥੇ? ਤੇ ਲੋਟਾ ਮੇਰਾ ਪਿਆ ਸੀ, ਕੌਣ ਚੱਕ ਕੇ ਲੈ ਗਿਆ ਹੈ? ਗੁਰੂ ਮਹਾਰਾਜ ਕਹਿੰਦੇ ਮਹਾਤਮਾ ਜੀ, ਤੁਸੀਂ ਤਾਂ ਕਹਿੰਦੇ ਮੈਂ ਤ੍ਰੈਕਾਲਦਰਸ਼ੀ ਹਾਂ, ਮੈਨੂੰ ਤਾਂ ਦੂਰ ਦੂਰ ਤੱਕ ਦਿਸਦਾ ਹੈ। ਜੇ ਤੁਹਾਡੀ ਦਿਵ ਦ੍ਰਿਸ਼ਟੀ ਹੈ ਤਾਂ ਵੇਖ ਲਓ ਲੋਟਾ ਕਿੱਥੇ ਹੈ। ਹੁਣ ਜੇ ਤਾਂ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਤਾਂ ਵੇਖੇ। ਸ਼ਰਮਿੰਦਾ ਹੋ ਗਿਆ। ਗੁਰੂ ਮਹਾਰਾਜ ਤੇਰਾ ਲੋਟਾ ਤੇਰੇ ਮਗਰੀ ਪਿਆ। ਗੁਰੂ ਮਹਾਰਾਜ ਜੀ, ਮਹਾਤਮਾ ਜੀ ਪਖੰਡ ਨਹੀਂ ਕਰੀਦੇ, ਕੀ ਫਾਇਦਾ ਲੋਕਾਂ ਨੂੰ ਧੋਖਾ ਦੇਣ ਦਾ। ਦਿਵ ਦ੍ਰਿਸ਼ਟੀ ਖੁੱਲ੍ਹੀ ਹੀ ਨਹੀਂ ਅਤੇ ਤੁਸੀਂ ਲੋਕਾਂ ਤੋਂ ਪੈਸੇ ਬਟੋਰਨ ਦੇ ਮਾਰੇ ਉਹਨਾਂ ਨੂੰ ਇਹ ਵਿਖਾਵੇ ਕਰ ਪਖੰਡ ਕਰ ਰਹੇ ਹੋ। ਇਸ ਤਰ੍ਹਾਂ ਧਾਰਮਿਕ ਬੰਦੇ ਕਈ ਵਾਰੀ ਪਖੰਡ ਕਰਦੇ ਨੇ। ਸਭ ਤੋਂ ਪਹਿਲਾਂ ਪਖੰਡ ਸ਼ੁਰੂ ਹੀ ਧਰਮ 'ਚ ਹੋਇਆ ਸੀ। ਪਖੰਡ ਸਭ ਤੋਂ ਪਹਿਲਾਂ ਧਰਮ 'ਚ ਸ਼ੁਰੂ ਹੋਇਆ ਸੀ। ਫਿਰ ਰਾਜਨੀਤਿਕਾਂ ਨੇ ਵੀ ਉਹ ਗੁਣ ਲੈ ਲਿਆ ਹੈ ਵੀ ਜੇ ਧਾਰਮਿਕ ਬੰਦੇ ਪਖੰਡੀ ਨੇ, ਆਪਾਂ ਵੀ ਪਖੰਡੀ ਹੋ ਜਾਓ। ਹੁਣ ਪੋਲੀਟੀਕਲ ਬੰਦੇ ਵੀ ਪਖੰਡੀ ਨੇ,
ਤੁਹਾਨੂੰ ਕੁਛ ਕਹਿਣਗੇ, ਆਪ ਕੁਛ ਕਰਨਗੇ। ਬਹੁਤ ਜੀ ਸਵਿਟਜ਼ਰਲੈਂਡ ਬਣਾ ਦੇਣਾ ਪੰਜਾਬ ਜੀ, ਉਹ ਬਹੁਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਆਉਣਾ ਪੰਜਾਬ ਜੀ। ਉਹ ਤੁਸੀਂ ਦੇਖੋ ਤਾਂ ਸਹੀ ਜੀ, ਬਸ ਇੰਗਲੈਂਡ ਵਰਗਾ ਬਣਾ ਦੇਣਾ ਪੰਜਾਬ ਜੀ। ਝੂਠ ਬੋਲੀ ਜੀ ਨੇ, ਪਖੰਡ ਕਰਨੇ। ਇਸ ਲਈ ਧਰਮ 'ਚ ਵੀ ਪਖੰਡ ਅਤੇ ਰਾਜਨੀਤੀ ਦੇ ਵਿੱਚ ਵੀ ਪਖੰਡ ਆ ਗਿਆ ਹੈ। ਅਤੇ ਇਹਨਾਂ ਨੂੰ ਵੇਖ ਕੇ ਆਮ ਲੋਕ ਵੀ ਪਖੰਡੀ ਹੁੰਦੇ ਜਾਂਦੇ ਨੇ ਵੀ ਵਾਹ ਰੋਟੀ ਪਾਣੀ ਆਸਾਨੀ ਨਾਲ ਮਿਲਦਾ ਹੈ, ਰੋਟੀ ਪਾਣੀ ਆਸਾਨੀ ਨਾਲ ਮਿਲਦਾ। ਕਈ ਮੇਰੇ ਕੋਲ ਧਾਰਮਿਕ ਕੱਪੜੇ ਮੰਗਣ ਆ ਜਾਣਗੇ, ਮੈਂ ਜੀ ਕਿਹੜੀ ਕਿੱਥੋਂ ਆਇਆ ਜੀ, ਫਲਾਣੀ ਕਲੋਨੀ 'ਚ ਆਇਆ। ਮੈਂ ਕੀ ਗੱਲ, ਤੂੰ 10 ਕਲੋਨੀਆਂ ਟੱਪ ਕੇ ਇੱਥੇ ਆਏ, ਤੈਨੂੰ ਉੱਥੇ ਕਿਸੇ ਨੇ ਰੋਟੀ ਦਿਖਾਉਣ ਨੂੰ, ਤੂੰ ਇੱਥੇ ਆ ਗਿਆ ਹੈ। ਸਿੱਖ ਹੋ ਕੇ ਤੂੰ ਮੰਗ ਰਿਹਾ ਹੈ, ਸਿੱਖ ਕੀ ਅਤੇ ਮੰਗਤਾ ਕੀ, ਸਿੱਖ ਕੀ ਅਤੇ ਮੰਗਤਾ ਕੀ। ਜਿਹੜਾ ਮੰਗ ਰਿਹਾ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੈ। ਸ਼ਕਲ ਸੂਰਤ ਭਾਵੇਂ ਪਿਆ ਸਿੱਖ ਹੋਵੇ, ਭਾਵੇਂ ਅੰਮ੍ਰਿਤਧਾਰੀ ਵੀ ਹੋਵੇ, ਪਰ ਜੋ ਮੰਗ ਰਿਹਾ ਹੈ ਮੈਂ ਉਸ ਨੂੰ ਸਿੱਖ ਨਹੀਂ ਮੰਨਦਾ, ਮੈਂ ਉਹ ਨਹੀਂ ਸਿੱਖ ਮੰਨਦਾ। ਸਿੱਖ ਤੇ ਕਿਰਤ ਕਰਦਾ, ਅਤੇ ਕਿਰਤ ਕਰਨ ਵਾਲਾ ਬੰਦਾ ਕਿਵੇਂ ਮੰਗਤਾ ਹੋ ਸਕਦਾ ਜੀ? ਕਿਰਤ ਕਰਨ ਵਾਲਾ ਮੰਗਤਾ ਨਹੀਂ ਹੁੰਦਾ। ਭਾਵੇਂ ਕੰਮ ਮੁੱਕ ਗਿਆ ਹੈ, ਪਰ ਜਿਨ੍ਹਾਂ ਨੂੰ ਕਿਰਤ ਕਰਨ ਦੀ ਆਦਤ ਹੈ ਉਹ ਕਿਰਤ ਕਰਦੇ ਰਹੇ। ਠੀਕ ਹੈ, ਫੈਕਟਰੀ 'ਚ ਕੰਮ ਨਹੀਂ ਮਿਲਿਆ, ਕੋਈ ਗੱਲ, ਨੌਕਰੀ ਚਲੀ ਗਈ, ਉਹਨੇ ਰੇਹੜੀ ਲਾ ਲਈ ਹੈ, ਸਬਜ਼ੀ ਵੇਚਣੀ ਸ਼ੁਰੂ ਕਰਤੇ, ਦੁਕਾਨਦਾਰ ਤੋਂ ਸੌਦਾ ਲੈ ਕੇ ਘਰਾਂ ਤੱਕ ਪਹੁੰਚਾਉਣਾ ਸ਼ੁਰੂ ਕਰਤਾ ਵੀ ਚਲੋ ਇਸ ਤਰ੍ਹਾਂ ਸਹੀ, ਇਸ ਤਰ੍ਹਾਂ ਸਹੀ। ਉਹ ਮੰਗ ਕੇ ਨਹੀਂ ਖਾਧਾ ਉਹਨਾਂ ਨੇ। ਇੱਕ 3 ਵੀਲਰ ਉਹਨੇ 5-7 ਦੁਕਾਨਦਾਰਾਂ ਨਾਲ ਗੱਲਬਾਤ ਕਰ ਲਈ ਕਿ ਇੱਕ ਵਾਰੀ ਸਰਕਾਰ ਨੇ ਕਿਹਾ ਸੌਦਾ ਘਰਾਂ 'ਚ ਪਹੁੰਚਿਆ ਕਰੇਗਾ, ਉਹਨੇ ਦੁਕਾਨ ਤੋਂ ਸੌਦਾ ਲੈਣਾ, ਅਗਲੇ ਦੇ ਘਰ ਪਹੁੰਚਾ ਦੇਣਾ, ਜਿਹਦੇ ਵਿੱਚੋਂ ਕਮਿਸ਼ਨ ਸੀ ਉਹ ਆਪਣੀ ਲੈ ਲੈਣੀ। ਜਦੋਂ ਅਸੀਂ ਫੈਸਲਾ ਕਰ ਲਈ ਕਿ ਅਸੀਂ ਮੰਗਣਾ ਨਹੀਂ, ਤਾਂ ਅਸੀਂ ਫਿਰ ਕੋਈ ਨਾ ਕੋਈ ਕੰਮ ਜ਼ਰੂਰ ਕਰਾਂਗੇ। ਜਦੋਂ ਸਿੱਖ ਮੰਗਤਾ ਫਿਰਦਾ ਤਾਂ ਮੈਨੂੰ ਬੜਾ ਹੀ ਦੁੱਖ ਹੁੰਦਾ ਵੀ ਹੈ ਸ਼ਕਲ ਸੂਰਤ ਦਾ ਸਿੱਖ ਹੈ ਅਤੇ ਘਰ ਘਰ ਮੰਗ ਰਿਹਾ ਹੈ। ਕਿਉਂ? ਅਸੀਂ 10 ਨੂੰਹਾਂ ਦੀ ਕਿਰਤ ਛੱਡ ਬੈਠੇ। ਨੰਬਰ 2, ਮੈਨੂੰ ਯਾਦ ਹੈ ਮੇਰੀ ਜਿਹੜੀ ਭਰਜਾਈ ਸੀ ਉਹ ਅੰਮ੍ਰਿਤਸਰ ਦੇ ਵਿੱਚ ਨਾ ਪ੍ਰੀਤ ਨਗਰ ਹੈ, ਬਾਰਡਰ ਦੇ ਕੋਲ ਨਗਰ ਹੈ ਪ੍ਰੀਤ ਨਗਰ। ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਹੜੇ ਬਹੁਤ ਵੱਡੇ ਵਿਦਵਾਨ ਲਿਖਾਰੀ ਹੋਏ, ਉੱਥੋਂ ਦੇ ਰਹਿਣ ਵਾਲੇ ਸਨ। ਉਹਨਾਂ ਨੇ ਹੀ ਉਹ ਪ੍ਰੀਤ ਨਗਰ ਵਸਾਇਆ ਸੀ। 1954 'ਚ ਮੇਰੇ ਭਰਾ ਦੀ ਸ਼ਾਦੀ ਹੋਈ ਅਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਜਿਹੜੀ ਭਤੀਜੀ ਸੀ ਉਹ ਮੇਰੀ ਭਰਜਾਈ ਬਣ ਗਈ। ਗੁਰਬਖਸ਼ ਸਿੰਘ ਪ੍ਰੀਤ ਲੜੀ ਮੈਗਜ਼ੀਨ ਕੱਢਿਆ ਕਦੇ, ਰਸਾਲਾ ਜਿਹਨੂੰ ਕਹਿੰਦੇ ਪ੍ਰੀਤ ਲੜੀ, ਇਸ ਕਰਕੇ ਉਹ ਸਾਡੇ ਘਰ ਵੀ ਰਸਾਲਾ ਆਉਣ ਲੱਗ ਪਿਆ। 7ਵੀਂ ਤੋਂ ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿੰਨਾ ਚਿਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਉਂਦਾ ਰਿਹਾ ਮੈਂ ਉਹ ਰਸਾਲਾ ਪੜ੍ਹਦਾ ਰਿਹਾ। ਜਦੋਂ ਮੈਂ ਟੀਚਰ ਲੱਗਾ ਤਾਂ ਉਹ ਨਾ ਪ੍ਰਸ਼ਨ ਉੱਤਰ ਉਸ 'ਚ ਆਇਆ ਕਰਦੇ ਸਨ। ਲੋਕ ਪ੍ਰਸ਼ਨ ਪੁੱਛਦੇ ਸਨ ਅਤੇ ਉਹ ਉੱਤਰ ਦਿਆ ਕਰਦੇ ਸਨ ਮੈਗਜ਼ੀਨ ਦੇ ਵਿੱਚ। ਮੈਂ ਉਹਨਾਂ ਨੂੰ ਪ੍ਰਸ਼ਨ ਪੁੱਛਿਆ, ਮੈਂ ਜੀ ਅਣਖ ਨਾਲ ਜਿਉਣ ਲਈ ਕੀ ਕਰਨਾ ਚਾਹੀਦਾ ਹੈ? ਮੈਂ ਟੀਚਰ ਲੱਗਾ, ਅਣਖ ਨਾਲ ਜਿਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਉਹਨਾਂ ਦਾ ਰਸਾਲੇ 'ਚ ਉੱਤਰ ਛਪਿਆ। ਕਹਿੰਦੇ ਜਿਹੜਾ ਅਣਖ ਨਾਲ ਜਿਉਣਾ ਚਾਹੁੰਦਾ ਹੈ ਨਾ, ਉਹ ਜਿਹੜਾ ਕੰਮ ਕਰ ਰਿਹਾ ਹੈ ਉਸ ਤੋਂ ਬਿਨਾਂ ਇੱਕ ਕੰਮ ਉਸ ਨੂੰ ਹੋਰ ਆਉਣਾ ਚਾਹੀਦਾ ਹੈ। ਕਿ ਤੁਸੀਂ ਪੁੱਛੋਗੇ ਕਿਉਂ? ਮੰਨ ਲਓ ਤੁਸੀਂ ਹੜਤਾਲ ਕੀਤੀ, ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਹੋਰ ਤੁਹਾਨੂੰ ਕੰਮ ਕੋਈ ਆਉਂਦਾ ਨਹੀਂ, ਤਾਂ ਤੁਸੀਂ ਹੜਤਾਲ ਨਹੀਂ ਕਰੋਗੇ, ਡਰ ਜਾਓਗੇ ਕਿਤੇ ਸਰਕਾਰ ਮੈਨੂੰ ਨੌਕਰੀ ਨਾ ਕੱਢ ਦੇਵੇ। ਤੁਸੀਂ ਅਣਖ ਨਾਲ ਨਹੀਂ ਜਿਉ ਸਕਦੇ। ਅਤੇ ਜੇ ਤੁਹਾਨੂੰ ਪਤਾ ਹੈ
ਕਿ ਜੇ ਸਰਕਾਰ ਨੇ ਮੈਨੂੰ ਕੱਢ ਵੀ ਦਿੱਤਾ ਤਾਂ ਮੈਂ ਫਲਾਣਾ ਕੰਮ ਕਰਕੇ ਆਪਣਾ ਰੁਜ਼ਗਾਰ ਕਮਾ ਲਾਂਗਾ, ਕਿ ਤਾਂ ਤੁਸੀਂ ਅਣਖ ਨਾਲ ਜਿਉ ਸਕਦੇ ਹੋ। ਇਹ ਕਿੱਥੇ 1963 ਦੀ ਲਾਈਨ ਅੱਜ ਤੱਕ ਮੈਨੂੰ ਯਾਦ ਹੈ ਵੀ ਉਹੀ ਇਨਸਾਨ ਅਣਖ ਨਾਲ ਜਿਉ ਸਕਦਾ ਹੈ ਜਿਸ ਨੂੰ ਘੱਟ ਤੋਂ ਘੱਟ 2 ਕੰਮ ਕਰਨੇ ਆਉਂਦੇ ਹੋਣ। ਇੱਕ ਜਿਹੜਾ ਇਸ ਵੇਲੇ ਉਹ ਕਰ ਰਿਹਾ ਹੈ, ਰੱਬ ਨਾ ਕਰੇ ਕਿਸੇ ਕਾਰਨ ਉਹ ਕੰਮ ਟੁੱਟ ਜਾਵੇ, ਜਿਵੇਂ ਕਿ ਕਰੋਨਾ 'ਚ ਬਹੁਤ ਸਾਰਿਆਂ ਦੀ ਨੌਕਰੀਆਂ ਟੁੱਟ ਗਈਆਂ ਨੌਕਰੀਆਂ, ਉਹਨਾਂ ਨੂੰ ਹੋਰ ਕੁਝ ਆਉਂਦਾ ਹੀ ਨਹੀਂ ਸੀ। ਹੁਣ ਉਹ ਦਰ ਮੰਗਦੇ ਫਿਰਦੇ ਨੇ, ਕਿਉਂਕਿ ਹੋਰ ਕੰਮ ਹੀ ਕੋਈ ਨਹੀਂ ਇਹਨਾਂ ਨੂੰ ਆਉਂਦਾ। ਚੰਗੇ ਭਲੇ ਨੌਕਰੀਆਂ ਕਰਨ ਵਾਲੇ ਅੱਜ ਮੰਗਤੇ ਬਣ ਗਏ ਹਨ। ਸਾਨੂੰ ਸਿਰਫ ਇੱਕੋ ਕੰਮ ਨਹੀਂ ਹੋਣਾ ਚਾਹੀਦਾ, ਇੱਕ ਹੋਰ ਵੀ ਨਾਲ ਆਉਣਾ ਚਾਹੀਦਾ ਹੈ। ਸਿੱਖ ਲਓ, ਜੇ ਨਹੀਂ ਆਉਂਦਾ 1-2 ਸਾਲ ਲਾ ਕੇ ਇੱਕ ਕੰਮ ਹੋਰ ਸਿੱਖ ਲਵੋ, ਤਾਂ ਜੋ ਵੇਲੇ ਕਵੇਲੇ ਤੁਸੀਂ ਉਹ ਕੰਮ ਕਰਕੇ ਵੀ ਪੈਸਾ ਕਮਾ ਸਕੋ। ਕਈ ਵਾਰੀ ਨੌਕਰੀ ਤੋਂ ਬਾਅਦ ਵੀ ਸਾਡੇ ਕੋਲ 1-2 ਘੰਟੇ ਟਾਈਮ ਹੁੰਦਾ ਹੈ, ਅਸੀਂ ਕੋਈ ਕੰਮ ਕਰਕੇ ਹੋਰ ਪੈਸਾ ਕਮਾ ਸਕੀਏ। ਇਸ ਤਰ੍ਹਾਂ ਕੰਮ ਸਿੱਖ ਲੈਣਾ ਚਾਹੀਦਾ ਹੈ, ਇਸ ਤਰ੍ਹਾਂ ਦਾ ਕੰਮ ਸਿੱਖ ਲੈਣਾ ਚਾਹੀਦਾ ਜ਼ਰੂਰ, ਤਾਂ ਅਣਖ ਨਾਲ ਜਿਵੋਗੇ, ਨਹੀਂ ਤੇ ਫਿਰ ਮੰਗਤੇ ਬਣੋਗੇ, ਡੋਰ ਮੰਗਦੇ ਫਿਰੋਗੇ। ਸੋ ਇਹ ਰੋਟੀਆਂ ਦੀ ਖਾਤਰ ਸਭ ਵਿਖਾਵਾ ਕੀਤਾ ਜਾ ਰਿਹਾ ਹੈ। ਬਗਲਿਆਂ ਦੀ ਤਰ੍ਹਾਂ ਸਮਾਧੀਆਂ ਲਾਈਆਂ ਜਾ ਰਹੀਆਂ ਹਨ, ਦੇਖਣ ਨੂੰ ਮੂਰਤੀ ਪੂਜਾ ਹੋ ਰਹੀ ਹੈ, ਧਾਰਮਿਕ ਪੁਸਤਕਾਂ ਪੜ੍ਹੀਆਂ ਜਾ ਰਹੀਆਂ ਹਨ, ਸਵੇਰੇ ਸ਼ਾਮ ਪੂਜਾ ਹੋ ਰਹੀ ਹੈ, ਪਰ ਬਹਿਸ ਮੁਬਾਸਾ ਵੀ ਹੋ ਰਿਹਾ ਹੈ। ਮੁੱਖ ਝੂਠ ਬੇਭੂਖਣ ਸਾਰੰਗ। ਬੇਭੂਖਣ ਹਿੰਦੀ ਸ਼ਬਦ ਹੈ ਵਿਭੂਸ਼ਣ, ਹਿੰਦੀ ਦਾ ਸ਼ਬਦ ਹੈ ਵਿਭੂਸ਼ਣ, ਜਿਹਨੂੰ ਇੰਗਲਿਸ਼ ਕਹਿੰਦੇ ਔਰਨਾਮੈਂਟਸ, ਗਹਿਣੇ, ਜਿਹਨੂੰ ਪੰਜਾਬੀ ਕਹਿੰਦੇ ਗਹਿਣੇ, ਉਹਨੂੰ ਕਹਿੰਦੇ ਗੁਰਬਾਣੀ ਲਿਖਿਆ ਬੇਭੂਖਣ। ਸਾਰ ਵਧੀਆ ਨੂੰ ਕਹਿੰਦੇ ਨੇ। ਬੇਭੂਖਣ ਸਾਰੰਗ ਜਿਹੜੇ ਬਹੁਤ ਸੋਹਣੇ ਗਹਿਣੇ ਹੋਣ, ਦੇਖਣ ਨੂੰ ਬੜੇ ਸੋਹਣੇ ਲੱਗਦੇ ਹੋਣ, ਇਹ ਲੋਕ ਜਿਹੜੇ ਨੇ ਧਾਰਮਿਕ ਵਿਖਾਵਾ ਕਰ ਰਹੇ ਹਨ, ਮੁੱਖੋਂ ਐਸਾ ਝੂਠ ਬੋਲਦੇ ਨੇ ਕਿ ਲੋਕਾਂ ਨੂੰ ਐ ਜਚੇ ਵੀ ਤਾਂ ਬਹੁਤ ਹੀ ਵਧੀਆ ਬੋਲਦਾ ਹੈ। ਜਿਵੇਂ ਗਹਿਣੇ ਸੋਹਣੇ ਲੱਗਦੇ ਨਾ, ਐ ਸੋਹਣਾ ਝੂਠ ਬੋਲਦੇ ਨੇ। ਝੂਠ ਬੋਲਣ ਦੀ ਜਾਚ ਹੈ ਇਹਨਾਂ ਨੂੰ। ਜਿਵੇਂ ਪੋਲੀਟੀਕਲ ਬੰਦੇ ਝੂਠ ਬੋਲਦੇ ਨੇ, ਜਚਾਉਂਦੇ ਨੇ, ਇਸ ਤਰ੍ਹਾਂ ਦਾ ਝੂਠ ਬੋਲਦੇ ਨੇ ਸਟੇਜਾਂ 'ਤੇ, ਤੁਹਾਨੂੰ ਜਚ ਜਾਂਦਾ ਹੈ ਵੀ ਹਾਂ ਇਹ ਤਾਂ ਐਂ ਕਰ ਦੇਣਗੇ ਜੇ ਆਪਾਂ ਇਹਨੂੰ ਵੋਟ ਪਾ ਦਈਏ, ਜਿੱਤ ਕੇ ਫਿਰ ਤੁਹਾਨੂੰ ਨਿਰਾਸ਼ਾ ਹੁੰਦੀ ਹੈ। ਤੁਸੀਂ ਕਹਿਣਾ, ਤੁਸੀਂ ਤਾਂ ਕਹਿੰਦੇ ਸੀ ਐਂ ਕਰ ਦਿਆਂਗੇ, ਤੁਸੀਂ ਕਰਦੇ ਨਹੀਂ, ਅਤੇ ਜੇ ਤੁਸੀਂ ਮੁਜ਼ਾਹਰੇ ਕਰਦੇ ਹੋ ਤਾਂ ਫਿਰ ਤੁਹਾਨੂੰ ਪੁਲਿਸ ਰਾਹੀਂ ਕੁਟਵਾਇਆ ਜਾਂਦਾ ਹੈ। ਪਹਿਲਾਂ ਵੋਟ ਪਾਓ, ਫਿਰ ਕੁੱਟ ਖਾਓ। ਵਾਹ, ਕਿਆ ਰਾਜ ਹੈ। ਮੂਰਖਾਂ ਨੂੰ ਗਰਮੀ 'ਚ ਲਾਈਨ 'ਚ ਖਲੋ ਕੇ ਵੋਟਾਂ ਪਾਓ ਹੈ, ਗਰਮੀ ਖਲੋਤੇ ਰਹੋ, ਧੱਕੋ ਮੁੱਕੀ ਹੋਈ ਜਾਓ। ਵਰਕਰ ਨੇ ਇੱਕ ਦੂਜੇ ਲੜ ਪੈਂਦੇ ਨੇ, ਸਿਰ ਪਾੜ ਜਾਂਦੇ ਨੇ ਇਹਨਾਂ ਦੇ ਹੈ। ਲੀਡਰ ਨਹੀਂ ਲੜਦੇ, ਇਹ ਚਲਾਕ ਹੁੰਦੇ ਨੇ। ਚਲਾਕ ਬੰਦੇ ਲੜਿਆ ਨਹੀਂ ਕਰਦੇ, ਲੜਾਉਂਦੇ ਨੇ ਵੀ ਇਹ ਲੜ ਪੈਣਗੇ, ਇਹਨਾਂ 'ਚ ਫੁੱਟ ਪੈ ਜਾਏਗੀ, ਪਾੜੋ ਅਤੇ ਰਾਜ ਕਰੋ। ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਅੱਜ ਦੇ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ ਕਿ ਹਿੰਦੂਆਂ ਨੂੰ, ਸਿੱਖਾਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ ਆਪਸ ਦੇ ਵਿੱਚ ਲੜਾਓ, ਇਹਨਾਂ ਨੂੰ ਪਾੜੋ, ਇਹਨਾਂ ਦੀ ਆਪਸ 'ਚ ਨਾ ਬਣੇ ਅਤੇ ਫਿਰ ਵੋਟਾਂ ਲਵੋ। ਪਖੰਡ ਹੈ। ਬਹੁਤ ਵਧੀਆ ਸ਼ਬਦਾਂ ਦੇ ਵਿੱਚ ਝੂਠ ਬੋਲਿਆ ਜਾ ਰਿਹਾ ਹੈ, ਤਾਂ ਕਿ ਮੁੱਖ ਝੂਠ ਬੇਭੂਖਣ ਸਾਰੰਗ। ਇਸ ਤਰ੍ਹਾਂ ਝੂਠ ਬੋਲਦੇ ਜਿਹੜੇ ਬੜੇ ਸੋਹਣੇ ਗਹਿਣੇ ਹੋਣ, ਝੂਠ ਇਸ ਤਰ੍ਹਾਂ ਬੋਲਦੇ ਨਾ, ਸੱਚ ਲੱਗ ਰਿਹਾ ਹੁੰਦਾ ਹੈ ਵੀ ਬਸ
ਜਿੱਤਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਸਵਰਗ ਬਣਾ ਕੇ ਰੱਖ ਦੇਣਗੇ। ਸਵਰਗ ਬਣਾ ਕੇ ਰੱਖ 78 ਸਾਲ ਦਾ ਮੈਂ ਹੋ ਗਿਆ ਹਾਂ। ਹਰ ਸਰਕਾਰ ਜਦੋਂ ਬਦਲਦੀ ਹੈ ਪਹਿਲਾਂ ਨਾਲੋਂ ਨਰਕ ਵੱਧ ਜਾਂਦਾ ਹੈ, ਪਹਿਲਾਂ ਨਾਲੋਂ ਨਰਕ ਵੱਧ ਜਾਂਦਾ ਹੈ। ਸਵਰਗ ਤਾਂ ਇੱਕ ਸੁਪਨਾ ਹੈ, ਸੁਪਨੇ ਵੀ ਸਵਰਗ ਆਊਗਾ। ਨਰਕ ਦਿਨੋਂ ਦਿਨ ਵੱਧ ਰਿਹਾ, ਗਰੀਬੀ ਦਿਨੋਂ ਦਿਨ ਵੱਧ ਰਹੀ ਹੈ, ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ। ਪਰ ਜਦੋਂ ਲੈਕਚਰਬਾਜ਼ੀ ਹੁੰਦੀ ਹੈ ਫਿਰ ਕਿਆ ਬਾਤ ਹੈ, ਫਿਰ ਐਂ ਹੋਊਗਾ ਬਸ ਸਵਰਗ ਆਇਆ ਹੀ ਕਿ ਆਇਆ, ਬਸ ਤੁਹਾਡੀ ਕਿਸਮਤ ਬਦਲੀ ਕਿ ਬਦਲੀ। ਬਸ ਉਦੋਂ ਵੀ ਐਂ ਸੀ ਅਤੇ ਹੁਣ ਵੀ ਐਂ ਅਤੇ ਐਂ ਹੀ ਰਹੇਗਾ। ਇਹ ਸਮਾਜ ਬਹੁਤਾ ਬਦਲਦਾ ਨਹੀਂ, ਮੈਂ ਦੇਖਿਆ। ਸੁਭਾਅ ਨਹੀਂ ਬਦਲਦੇ, ਸੁਭਾਅ ਨਹੀਂ ਬਦਲਦੇ। ਇਹ ਤਾਂ ਅਵਤਾਰ ਆ ਕੇ ਚਲੇ ਗਏ, ਵੈਸੇ ਸ਼੍ਰੀ ਰਾਮ ਚੰਦਰ ਜੀ ਵਰਗੇ ਆ ਕੇ ਚਲੇ ਗਏ, ਕ੍ਰਿਸ਼ਨ ਮਹਾਰਾਜ ਵਰਗੇ ਆ ਕੇ ਚਲੇ ਗਏ, ਮਹਾਤਮਾ ਬੁੱਧ ਵਰਗੇ ਆ ਕੇ ਚਲੇ ਗਏ, ਈਸਾ ਮਸੀਹ ਵਰਗੇ ਆ ਕੇ ਚਲੇ ਗਏ, ਮੁਹੰਮਦ ਸਾਹਿਬ ਵਰਗੇ ਆ ਕੇ, ਅਤੇ ਗੁਰੂ ਨਾਨਕ ਤਲੇ ਗੁਰੂ ਗੋਬਿੰਦ ਸਿੰਘ ਵਰਗੇ ਆ ਕੇ ਚਲੇ ਗਏ। ਇਹ ਬੰਦਾ ਜਿੱਥੇ ਉੱਥੇ ਹੀ ਖੜ੍ਹਾ, ਇਹ ਨਹੀਂ ਚੇਂਜ ਹੁੰਦਾ। ਹਾਂ, ਸ਼ਕਲ ਸੂਰਤ ਜ਼ਰੂਰ ਕਈ ਵਾਰੀ ਚੇਂਜ ਹੋ ਜਾਂਦੀ ਹੈ, ਉਹਦਾ ਕੀ ਕਰਨਾ? ਉਹ ਤਾਂ ਸਿੰਬਲ ਰੁੱਖ ਹੈ, ਉਹ ਤਾਂ ਸਿੰਬਲ ਰੁੱਖ ਹੈ, ਸ਼ਕਲ ਸੂਰਤ ਨੂੰ ਕੀ ਕਰੋਗੇ? ਇਸ ਲਈ ਕਹਿੰਦੇ ਤ੍ਰੈ ਪਾਲ ਤਿਹਾਲ ਵਿਚਾਰੰਗ, ਤ੍ਰੈ ਪਾਲ ਤਿੰਨ ਪਾਲਾਂ ਤਿੰਨ ਲਾਈਨਾਂ। ਪਾਲ ਲਾਈਨ ਨੂੰ ਕਹਿੰਦੇ, ਜਿਹਨੂੰ ਇੰਗਲਿਸ਼ ਲਾਈਨ ਕਹਿੰਦੇ ਨਾ ਉਹਨੂੰ ਪਾਲ ਕਹਿੰਦੇ। ਤ੍ਰੈ ਮੈਨੇ ਤਿੰਨ। ਪਾਕਿਸਤਾਨ 'ਚ 1 2 3 ਕਿਹਾ ਕਰਦੇ ਸਨ, ਹਿੰਦੁਸਤਾਨ 'ਚ 1 2 3 ਕਹਿੰਦੇ ਸਨ। ਜਦੋਂ ਅਸੀਂ ਪਾਕਿਸਤਾਨ ਤੋਂ ਹਿੰਦੁਸਤਾਨ 'ਚ ਆਏ, ਮੈਂ ਸਕੂਲ 'ਚ ਦਾਖਲ ਹੋਇਆ, ਟੀਚਰ ਮੈਨੂੰ ਕਹਿੰਦਾ ਗਿਣਤੀ ਸੁਣਾ, ਅਤੇ ਮੈਂ ਕਿਹਾ 1 2 3 4। ਜਦੋਂ ਮੈਂ 3 ਕਿਹਾ ਸਾਰੀ ਕਲਾਸ ਹੱਸ ਪਈ। ਟੀਚਰ ਨੇ ਉਹਨੂੰ ਝਿੜਕਿਆ, ਕਹਿੰਦੇ ਬੱਚਾ ਠੀਕ ਕਹਿ ਰਿਹਾ, ਪਾਕਿਸਤਾਨ ਦੇ 3 ਨੂੰ 3 ਕਿਹਾ ਕਰਦੇ ਨੇ, 3 ਮੈਨੇ 3 ਹੀ ਹੁੰਦਾ, ਇਸ ਲਈ ਠੀਕ ਕਹਿ ਰਿਹਾ ਹੈ, ਇਹ ਬੱਚਾ ਗਲਤ ਨਹੀਂ ਕਹਿ ਰਿਹਾ ਹੈ। ਤੁਹਾਨੂੰ ਕੋਈ ਗਿਆਨ ਨਹੀਂ, ਇਸ ਲਈ ਤੁਸੀਂ ਹੱਸ ਪਏ ਹੋ ਵੀ ਇਹਨੂੰ ਗਿਣਤੀ ਨਹੀਂ ਆਉਂਦੀ ਹੈ। 3 ਮੈਨੇ 3, ਪਾਲ ਮੈਨੇ ਲਾਈਨਾਂ। ਜਿਵੇਂ ਆਪਣਾ ਮੂਲ ਮੰਤਰ ਹੈ ਨਾ, ਇਸ ਤਰ੍ਹਾਂ ਹਿੰਦੂਆਂ ਦਾ ਗਾਇਤਰੀ ਮੰਤਰ ਹੈ। ਜਿਵੇਂ ਸਾਡੇ ਮੂਲ ਮੰਤਰ ਦੀ ਬਹੁਤ ਮਹਾਨਤਾ ਹੈ ਨਾ, ਇਸ ਤਰ੍ਹਾਂ ਹਿੰਦੂਆਂ ਦੀ ਗਾਇਤਰੀ ਮੰਤਰ ਦੀ ਬਹੁਤ ਮਾਨਤਾ ਹੈ। ਉਹਦੀਆਂ 3 ਲਾਈਨਾਂ ਨੇ, ਉਹ 3 ਪੰਗਤੀਆਂ ਨੇ ਉਸਦੀਆਂ। ਤਿਹਾਲ ਹੁੰਦਾ 3 ਵਾਰ, ਸਵੇਰੇ ਦੁਪਹਿਰੇ ਸ਼ਾਮ। ਕਹਿੰਦੇ ਉਹ ਗਾਇਤਰੀ ਦਾ ਪਾਠ ਦਿਨ 'ਚ 3 ਵਾਰ ਕਰਦੇ ਨੇ, ਵਿਚਾਰ ਕਰਦੇ ਨੇ ਗਾਇਤਰੀ ਦੇ। ਦਿਨ 'ਚ 3 ਵਾਰ ਸਵੇਰੇ ਦੁਪਹਿਰੇ ਸ਼ਾਮ ਗਾਇਤਰੀ ਦਾ ਪਾਠ ਕਰਦੇ ਹਨ। ਗਲ ਮਾਲਾ ਤਿਲਕ ਲਿਲਾਟੰਗ, ਗਲ 'ਚ ਮਾਲਾ ਪਾਉਂਦੇ ਆ ਪੰਡਤ, ਲਿਲਾਟ ਮੱਥੇ ਨੂੰ ਕਹਿੰਦੇ ਨੇ। ਤਿਲਕ ਲਿਲਾਟੰਗ, ਮੱਥੇ 'ਤੇ ਤਿਲਕ ਲਾਉਂਦੇ ਨੇ। ਦੋਏ ਧੋਤੀ, ਕੋਲ 2 ਧੋਤੀਆਂ ਰੱਖਦੇ ਨੇ। ਬਸਤਰ ਕਪਾਟੰਗ, ਜਦੋਂ ਨਾ ਪਾਠ ਕਰਨਾ ਹੁੰਦਾ ਫਿਰ ਸਿਰ ਢੱਕ ਲੈਂਦੇ ਨੇ। ਕਪਾਟ ਸਿਰ ਨੂੰ ਕਹਿੰਦੇ ਨੇ, ਸਿਰ 'ਤੇ ਬਸਤਰ ਕੱਪੜਾ ਲੈ ਲੈਂਦੇ। ਕਦੇ ਹਵਾ ਨਹੀਂ ਯੱਗ ਕਰਦੇ, ਤੁਸੀਂ ਦੇਖਿਓ, ਉਦੋਂ ਉਹਨਾਂ ਦੇ ਸਿਰ ਢੱਕੇ ਹੁੰਦੇ ਨੇ, ਉਦੋਂ ਸਿਰ ਢੱਕੇ ਹੁੰਦੇ ਨੇ। ਸਿਰ ਢੱਕਣਾ ਸਤਿਕਾਰ ਦੀ ਨਿਸ਼ਾਨੀ ਹੁੰਦੀ ਹੈ। ਬੀਬੀਆਂ ਮੰਨ ਲਓ ਆ ਰਹੀਆਂ ਨੇ, ਉਹ ਮੈਨੂੰ ਜਾਣਦੀਆਂ ਨੇ, ਜਦੋਂ ਮੈਨੂੰ ਵੇਖ ਲੈਂਦੀਆਂ ਗਲੀ 'ਚ, ਉਹ ਆਪਣਾ ਸਿਰ ਢੱਕ ਲੈਂਦੀਆਂ। ਪਹਿਲਾਂ ਨੰਗੇ ਸਿਰ ਆ ਰਹੀਆਂ ਹੁੰਦੀਆਂ ਨੇ, ਜਦੋਂ ਉਹਨਾਂ ਦੀ ਨਿਗਾਹ ਪੈਂਦੀ ਬਾਬਾ ਜੀ ਆ ਰਹੇ ਨੇ, ਉਹ ਸਤਿਕਾਰ ਵਜੋਂ ਆਪਣਾ ਸਿਰ ਢੱਕ ਲੈਂਦੀਆਂ।
ਇੱਕ ਕੁੜੀ ਕੋਲੇ ਚੁੰਨੀ ਕੋਈ ਨਾ। ਉਹਨੇ ਕੀ ਕੀਤਾ, ਆਪਣੇ ਦੋਨੋਂ ਹੱਥ ਸਿਰ 'ਤੇ ਰੱਖ ਲਏ ਸਤਿਕਾਰ ਵਜੋਂ, ਵੀ ਨੰਗਾ, ਮੇਰਾ ਸਿਰ ਨੰਗਾ ਨਾ ਹੋਵੇ। ਆਖਰਕਾਰ ਹਵਨ ਕੀਤਾ ਜਾ ਰਿਹਾ। ਅਗਨੀ ਦੇਵਤਾ ਹੈ, ਸਵਾਹਾ ਉਸ ਦੀ ਘਰ ਵਾਲੀ ਹੈ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਯੱਗ ਪਤਨੀ ਤੋਂ ਬਿਨਾਂ ਸੰਪੂਰਨ ਨਹੀਂ ਸੀ ਹੁੰਦਾ। ਯੱਗ ਵਿੱਚ ਪਤੀ ਪਤਨੀ ਦਾ ਬੈਠਣਾ ਜ਼ਰੂਰੀ ਹੁੰਦਾ ਸੀ। ਬ੍ਰਹਮਾ ਨੇ ਕਰਨਾ ਸੀ ਯੱਗ, ਉਧਰੋਂ ਜੋ ਪੰਡਤਾਂ ਨੇ ਟਾਈਮ ਦਿੱਤਾ ਸੀ ਉਹ ਟਾਈਮ ਹੋ ਗਿਆ। ਘਰ ਵਾਲੀ ਪਹੁੰਚੀ ਨਹੀਂ, ਘਰ ਵਾਲੀ ਪਹੁੰਚੀ ਨਾ, ਉਹਨੇ ਆਪਣੀ ਇੱਕ ਸ਼ਕਤੀ ਵਰਤਾ ਕੇ ਇੱਕ ਹੋਰ ਘਰ ਵਾਲੀ ਤਿਆਰ ਕਰ ਲਈ, ਉਹਨੂੰ ਬਿਠਾ ਲਿਆ ਨਾਲ। ਯੱਗ ਚੱਲ ਰਿਹਾ ਤੇ ਅਸਲੀ ਘਰ ਵਾਲੀ ਵੀ ਆ ਗਈ। ਉਹਨੂੰ ਚੜਿਆ ਗੁੱਸਾ ਵੀ ਹੈ, ਮੈਂ ਘਰ ਵਾਲੀ ਹਾਂ ਤੇ ਮੇਰੇ ਤੋਂ ਬਿਨਾਂ ਹੀ ਇਹ ਯੱਗ ਕਰ। ਉਹਨੇ ਸ਼ਰਾਪ ਦਿੱਤਾ ਕਿ ਜਾ ਬ੍ਰਹਮਾ, ਤੇਰਾ ਹਿੰਦੁਸਤਾਨ 'ਚ ਕੋਈ ਮੰਦਰ ਨਹੀਂ ਹੋਗਾ, ਤੈਨੂੰ ਕੋਈ ਨਹੀਂ ਪੂਜੇਗਾ। ਬ੍ਰਹਮਾ ਨੂੰ ਕੋਈ ਨਹੀਂ ਪੂਜਦਾ। ਸਿਰਫ ਜਿੱਥੇ ਹਵਨ ਕਰ ਰਿਹਾ ਸੀ ਰਾਜਸਥਾਨ ਦੇ ਵਿੱਚ, ਉੱਥੇ ਸਿਰਫ ਇੱਕੋ ਇੱਕ ਮੰਦਰ ਹੈ, ਬ੍ਰਹਮਾ ਦਾ ਇੱਕੋ ਇੱਕ ਮੰਦਰ। ਬਾਕੀ ਸਾਰੇ ਹਿੰਦੁਸਤਾਨ 'ਚ ਕਿਤੇ ਬ੍ਰਹਮਾ ਜੀ ਦਾ ਮੰਦਰ ਨਹੀਂ ਹੈਗਾ। ਉਹਦੀ ਘਰ ਨੇ ਸ਼ਰਾਪ ਦਿੱਤਾ, ਤੈਨੂੰ ਅੱਜ ਤੋਂ ਬਾਅਦ ਕੋਈ ਨਹੀਂ ਪੂਜੇਗਾ, ਤੇ ਕੋਈ ਨਹੀਂ ਪੂਜਦਾ। ਸ਼ਿਵ ਜੀ ਮਹਾਰਾਜ ਨੂੰ ਪੂਜਦੇ ਨੇ ਤੇ ਵਿਸ਼ਨੂੰ ਮਹਾਰਾਜ ਨੂੰ ਪੂਜਦੇ ਨੇ, ਬ੍ਰਹਮਾ ਨੂੰ ਕੋਈ ਨਹੀਂ ਪੂਜਦਾ। ਖੈਰ, ਗਲ ਮਾਲਾ, ਗਲ 'ਚ ਮਾਲਾ ਪਾਈ ਹੋਈ ਹੈ, ਤਿਲਕ ਲਿਲਾਟੰ, ਮੱਥੇ 'ਤੇ ਤਿਲਕ ਲਾਇਆ ਹੋਇਆ ਹੈ, ਦੋਏ ਧੋਤੀ, ਇੱਕ ਧੋਤੀ ਪਾਈ ਹੋਈ ਹੈ, ਦੂਜੀ ਨਾਲ ਹੈ। ਬਸਤਰ ਕਪਾਟੰ, ਸਿਰ 'ਤੇ ਕੱਪੜਾ ਲਿਆ ਹੋਇਆ ਹੈ। ਜੇ ਜਾਣਸ ਬ੍ਰਹਮੰ ਕਰਮੰ, ਜੇ ਕਹਿੰਦੇ ਪੰਡਤ ਰੱਬ ਦੇ ਅਸਲੀ ਕਰਮ ਨੂੰ ਜਾਣਦਾ ਹੁੰਦਾ, ਸਭ ਫੋਕਟ ਨਿਸ਼ਚੋ ਕਰਮ, ਤਾਂ ਉਹਨੂੰ ਪਤਾ ਲੱਗਦਾ ਕਿ ਜਿਹੜਾ ਉਹ ਕਰਮ, ਇਹ ਧਾਰਮਿਕ ਕਰਮ ਕਰ ਰਿਹਾ ਨਾ, ਉਹ ਤਾਂ ਫੋਕਟ ਹੈ, ਉਹ ਤਾਂ ਫਜ਼ੂਲ ਹੈ, ਉਹ ਤਾਂ ਵਿਅਰਥ ਹੈ। ਉਹ ਜੋ ਕੁਛ ਵੀ ਕਰ ਰਿਹਾ ਸਭ ਵਿਅਰਥ ਕਰ ਰਿਹਾ ਹੈ। ਅਸਲ ਕੰਮ ਕੀ ਕਰਨਾ? ਕਹੋ ਨਾਨਕ ਨਿਸ਼ਚੋ ਧਿਆਵੈ, ਪਰਮਾਤਮਾ 'ਚ ਨਿਸ਼ਚਾ ਰੱਖ ਕੇ, ਵਿਸ਼ਵਾਸ ਰੱਖ ਕੇ ਉਹਦਾ ਨਾਮ ਜਪਣਾ। ਵਿਣ ਸਤਿਗੁਰ ਵਾਟ ਨਾ ਪਾਵੈ, ਤੇ ਗੁਰੂ ਤੋਂ ਬਿਨਾਂ ਪਰਮਾਤਮਾ ਦੇ ਰਾਹ, ਵਾਟ, ਰਸਤੇ ਦਾ ਗਿਆਨ ਨਹੀਂ ਹੁੰਦਾ। ਆਖਿਰਕਾਰ ਪਰਮਾਤਮਾ ਤੱਕ ਪਹੁੰਚਣਾ, ਰਾਹ ਜਾਂ ਢੰਗ ਪਤਾ ਹੋਣਾ ਚਾਹੀਦਾ ਹੈ ਵੀ ਕਿਸ ਢੰਗ ਨਾਲ ਪਰਮਾਤਮਾ ਤੱਕ ਮੈਂ ਪਹੁੰਚ ਸਕਦਾ ਹਾਂ। ਉਹ ਫਿਰ ਗੁਰੂ ਹੀ ਦੱਸਦਾ ਹੈ। ਗੁਰੂ ਗੁਰਮੰਤਰ ਦਿੰਦੇ, ਮਨੁੱਖ ਫਿਰ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਉਸ ਗੁਰਮੰਤਰ ਦਾ ਵੱਧ ਤੋਂ ਵੱਧ ਜਾਪ ਕਰਦਾ ਹੈ ਅਤੇ ਵਿਸ਼ਵਾਸ ਰੱਖਦਾ ਹੈ। ਉਸ ਵਿਸ਼ਵਾਸ ਕਾਰਨ, ਉਸ ਸ਼ੁਭ ਕਰਮਾਂ ਕਾਰਨ ਅਤੇ ਉਸ ਨਾਮ ਜਪਣ ਕਾਰਨ ਇੱਕ ਦਿਨ ਉਹ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਸੋ ਅਸਲ ਕੰਮ ਹੈ ਨਾਮ ਜਪਣਾ। ਹੁਣ ਦੇਖਣ ਨੂੰ ਇਹ ਪੰਡਤ ਨੂੰ ਗੱਲ ਕਹੀ ਗਈ ਹੈ, ਪਰ ਬਾਣੀ ਕਹਿੰਦੇ ਇਹ ਇਕੱਲੇ ਪੰਡਤ ਨੂੰ ਨਹੀਂ ਹੈਗੀ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਮਹਾਂਪੁਰਖ ਜਿਹੜੀ ਵੀ ਗੱਲ ਕਹਿੰਦੇ ਨੇ ਸਾਰੇ ਸੰਸਾਰ ਲਈ ਹੁੰਦੀ ਆ। ਉਹ ਗੱਲ ਇੱਕ ਵਿਅਕਤੀ ਨੂੰ ਕਹੀ ਜਾ ਰਹੀ ਹੈ, ਗੱਲ ਸੱਜਣ ਠੱਗ ਨੂੰ ਕਹੀ ਜਾ ਰਹੀ ਹੈ, ਪਰ ਉਹ ਗੱਲ ਸਾਰੇ ਸੰਸਾਰ ਦੇ ਠੱਗਾਂ ਲਈ ਹੈ, ਇਕੱਲੇ ਸੱਜਣ ਲਈ ਨਹੀਂ। ਉਹ ਗੱਲ ਸੰਸਾਰ ਦੇ ਸਾਰੇ ਠੱਗਾਂ ਲਈ ਹੈ ਕਿ ਠੱਗੀਆਂ ਛੱਡ ਦਿਓ, ਤੁਸੀਂ ਨਾ ਠੱਗੀਆਂ ਕਰੋ। ਇਹ ਨਾ ਸੋਚੋ ਕਿ ਸੱਜਣ ਠੱਗ ਨੂੰ ਗੁਰੂ ਨਾਨਕ ਦੇਵ ਜੀ ਕਹਿ ਰਹੇ, ਨਹੀਂ, ਉਹ ਗੱਲ ਸਾਰਿਆਂ ਲਈ ਹੈ। ਇਹ ਸਿੱਖਾਂ ਲਈ ਵੀ ਹੈ,
ਇਹ ਨਾ ਹੋਵੇ ਕਿ ਬਾਹਰਾ ਵਿਖਾਵਾ ਧਾਰਮਿਕ ਹੋਵੇ, ਬਾਹਰੋਂ ਦੇਖਣ ਨੂੰ ਬੰਦਾ ਧਾਰਮਿਕ ਹੋਵੇ, ਨਾਮ ਜਪੇ ਹੀ ਨਾ, ਬਾਣੀ ਪੜ੍ਹੇ ਹੀ ਨਾ, ਜਿਹੜਾ ਅਸਲ ਕੰਮ ਹੈ ਉਹ ਕਰੇ ਹੀ ਨਾ, ਤੇ ਵਿਖਾਵਾ ਕਰੇ ਮੈਂ ਧਾਰਮਿਕ ਹਾਂ ਜੀ। ਇਹ ਨਹੀਂ ਸਮਝਣੇ ਕਿ ਪੰਡਤ ਹੀ ਨਿਰਾ ਲਾਗੂ ਹੁੰਦਾ। ਪੰਜ ਕਕਾਰੀ ਹੈ, ਪਰ ਜੇ ਗੁਰਬਾਣੀ ਅਨੁਸਾਰ ਜੀਵਨ ਨਹੀਂ ਤਾਂ ਉਹ ਫਿਰ ਸਮਝੋ ਆਪ ਪੰਡਤ ਵਾਲਾ ਹਾਲ ਹੈ ਉਹਦਾ। ਦੇਖਣ ਨੂੰ ਧਾਰਮਿਕ ਹੈ, ਦੇਖਣ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਹੈ, ਪਰ ਗੁਰੂ ਦੀ ਗੱਲ ਨਹੀਂ ਮੰਨਦਾ, ਆਪਣੀ ਮਰਜ਼ੀ ਕਰਦਾ ਹੈ, ਚਾਲ ਚੱਲਣ ਸਹੀ ਨਹੀਂ ਹੈ, ਭਜਨ ਬੰਦਗੀ ਕਰਦਾ ਨਹੀਂ ਹੈ, ਦਸਾਂ ਨੂੰ ਦੀ ਕਿਰਤ ਕਰਦਾ ਨਹੀਂ ਹੈਗਾ, ਉਂਝ ਅੰਮ੍ਰਿਤਧਾਰੀ ਹੈ। ਗੁਰੂ ਮਹਾਰਾਜ ਦੀਆਂ ਨਜ਼ਰਾਂ 'ਚ ਉਹਦੀ ਕੋਈ ਕੀਮਤ ਨਹੀਂ ਹੈ। ਗੁਰੂ ਮਹਾਰਾਜ ਇਹ ਪਖੰਡੀ ਹੈ, ਇਹ ਵਿਖਾਵਾ ਕੀਤਾ ਹੋਇਆ ਹੈ ਕਿ ਮੈਂ ਦਸਮ ਪਾਤਸ਼ਾਹ ਦਾ ਸਿੱਖ ਹਾਂ, ਪਰ ਇਹ ਮੇਰੀ ਗੱਲ 'ਤੇ ਕੋਈ ਮੰਨਦਾ ਹੀ ਨਹੀਂ ਹੈਗਾ, ਕਰਦਾ ਆਪਣੀ ਮਰਜ਼ੀ ਹੈ। ਇਸ ਲਈ ਇਹ ਨਹੀਂ ਸਮਝਣਾ ਕਿ ਪੰਡਤ ਨੂੰ ਹੀ ਕਿਹਾ ਹੋਇਆ ਹੈ, ਕਿਤੇ ਹੱਸੀ ਜਾਓ ਫਿਰ ਗੱਲ ਸੁਣ ਕੇ। ਇਹ ਸਭ ਲਈ ਹੈ, ਬਾਣੀ ਸਭ ਲਈ ਹੈ, ਕਿਸੇ ਵਿਸ਼ੇਸ਼ ਵਿਅਕਤੀ ਲਈ ਨਹੀਂ ਲਿਖੀ ਗਈ। ਜੇ ਮੁਸਲਮਾਨ ਨੂੰ ਕੁਛ ਕਿਹਾ ਤਾਂ ਇਹ ਨਾ ਸਮਝੋ ਕਿ ਮੁਸਲਮਾਨ ਨੂੰ ਹੀ ਕਿਹਾ, ਨਹੀਂ, ਉਹ ਜਿਹੜੀ ਮੁਸਲਮਾਨ ਨੂੰ ਸਿੱਖਿਆ ਦਿੱਤੀ ਹੈ ਉਹ ਸਿੱਖਾਂ 'ਤੇ ਵੀ ਲਾਗੂ ਹੋਵੇਗੀ, ਉਹਨਾਂ 'ਤੇ ਵੀ ਲਾਗੂ ਹੋਵੇਗੀ। ਅੱਗੇ ਗੁਰੂ ਮਹਾਰਾਜ ਕਹਿੰਦੇ, ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਮਦੇ, ਰਾਹ ਭੀੜੈ ਅੱਗੇ ਜਾਵਣਾ। ਇਹਨੂੰ ਰਾਹ ਪੜ੍ਹਨਾ, ਰਾਹੇ ਨਹੀਂ ਪੜ੍ਹਨਾ। ਰਾਹ ਨਾਮ ਹੈ, ਨਾਮ ਹੋਵੇ, ਪੜਨਾਮ ਹੋਵੇ, ਵਿਸ਼ੇਸ਼ਣ ਹੋਵੇ, ਹਾਹੇ ਨੂੰ ਲੱਗੀ ਹੋਈ ਸਿਆਰੀ ਨਹੀਂ ਬੋਲਦੀ। ਹਾਂ, ਜੇ ਸ਼ਬਦ ਕਿਰਿਆ ਹੁੰਦਾ, ਜਿਵੇਂ ਪਾਹੇ, ਜਾਹੇ, ਖਾਹੇ, ਇਸ ਤਰ੍ਹਾਂ ਹੁੰਦਾ, ਫਿਰ ਸਿਆਰੀ ਬੋਲਦੇ। ਇਹ ਰਾਹ ਹੈ, ਰਾਹ ਨਾਉਨ ਹੈ, ਰਾਹ ਸ਼ਬਦ ਨਾਮ ਹੈ, ਇਸ ਲਈ ਹਾਹੇ ਨੂੰ ਸਿਆਰੀ ਨਹੀਂ ਬੋਲਦੀ। ਤੁਸੀਂ ਕਹੋਗੇ ਫਿਰ ਲੱਗੀ ਕਿਉਂ ਹੈ ਜੀ? ਲੱਗੀ ਇਸ ਲਈ ਰਾਹ, ਹਾਹੇ ਨੂੰ ਸਿਆਰੀ ਲੱਗੀ ਹੈ ਰਾਹ ਵਿੱਚ, ਰਾਹ ਵਿੱਚ, ਰਾਹ ਉੱਤੇ। ਵਾਲਾ ਕਹਿੰਦੇ ਰਾਹੇ ਰਾਹ ਤੁਰੇ, ਇਸ ਰਾਹ ਦੇ ਉੱਤੇ ਤੁਰਿਆ ਜਾ, ਇਸ ਲਈ ਹਾਹੇ ਨੂੰ ਸਿਆਰੀ ਲੱਗੀ। ਇਹ ਅਰਥ ਕਰਨ ਲਈ ਹੈ। ਜਿਹੜੀ ਹਾਹੇ ਨੂੰ ਸਿਆਰੀ ਲੱਗੇ ਬੋਲਣ ਲਈ ਨਹੀਂ ਹੈ, ਇਹ ਅਰਥ ਕਰਨ ਲਈ ਹੈ। ਜਿਵੇਂ ਦੇਖੋ, ਹੁਕਮ ਕੀਏ ਮਨ ਭਾਮਦੇ, ਮਨ ਹੈ ਨਾ, ਨੰਨ ਸਿਆਰੀ ਲੱਗੀ ਹੈ ਨਾ, ਆਪਾਂ ਨਹੀਂ ਨਾ ਬੋਲੀ। ਹੁਣ ਪੁੱਛ ਵੀ ਕਿਉਂ ਨਹੀਂ ਬੋਲੀ? ਜੇ ਤੇ ਵਿਆਹ ਕਰਨ ਆਉਂਦੀ ਹੈ ਤਾਂ ਤੁਹਾਡਾ ਜਵਾਬ ਦੇ ਦੂਗਾ ਵੀ ਤਾਂ ਨਹੀਂ ਬੋਲੀ। ਜੇ ਨਹੀਂ ਕਹੇ ਜੀ ਸਾਨੂੰ ਤਾਂ ਐਂ ਹੀ ਪੜ੍ਹਾਇਆ ਸੀ ਮਨ, ਅਸੀਂ ਮਨ ਬੋਲਤੇ ਜੀ, ਫਿਰ ਤਾਂ ਗੱਲ ਹੀ ਬੜੀ। ਪਰ ਜੇ ਉਸਨੂੰ ਵਿਆਹ ਕਰਨ ਆਉਂਦੀ ਹੈ ਤਾਂ ਫਿਰ ਕਹੇਗਾ ਜੀ ਮਨ ਸਿਆਰੀ ਨਹੀਂ ਬੋਲਦੀ, ਕਿਉਂਕਿ ਮਨ ਨਾਮ ਹੈ, ਨਾਮ ਦੀ ਸਿਆਰੀ ਨਹੀਂ ਬੋਲਦੀ। ਪਰ ਸਿਆਰੀ ਇਸ ਲਈ ਲੱਗੀ ਹੋਈ ਹੈ, ਹੁਕਮ ਕੀਏ ਮਨ ਭਾਮਦੇ, ਮਨ ਨੂੰ ਜਿਹੜੇ ਚੰਗੇ ਲੱਗਦੇ ਨੇ, ਮਨ ਨੂੰ, ਇਹ ਨੂੰ ਕਾਰਨ ਸਿਆਰੀ ਲੱਗੀ ਹੋਈ ਹੈ। ਇਸ ਲਈ ਰਾਹ ਦੇ ਜਿਹੜੇ ਹਾਹੇ ਨੂੰ ਸਿਆਰੀ ਲੱਗੀ ਹੋਈ ਹੈ, ਉਹ ਤੇ ਰਾਹ ਉੱਤੇ ਹੈ, ਇਸ ਕਰਕੇ ਸਿਆਰੀ ਲੱਗੇ, ਬੋਲਣ ਲਈ ਨਹੀਂ ਲੱਗੀ। ਰਾਹ, ਰਾਹੇ ਨਹੀਂ ਪੜ੍ਹਨਾ। ਹੁਕਮ ਕੀਏ ਮਨ ਭਾਮਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਖ। ਫਾਰਸੀ ਦਾ ਸ਼ਬਦ ਹੈ ਦੋਜ਼ਖ, ਦੱਦੇ ਨੂੰ ਹੋੜਾ, ਜ਼ਜ਼ਾ, ਜੱਜੇ ਦੇ ਪੈਰ 'ਚ ਬਿੰਦੀ ਨੂੰ ਕੀ ਕਹਿੰਦੇ ਨੇ? ਜ਼ਜ਼ਾ। ਅੱਗੇ ਖਖਾ, ਖੱਖੇ ਦੇ ਪੈਰ 'ਚ ਬਿੰਦੀ, ਦੋਜ਼ਖ। ਦੋਜ਼ਖ ਤੋਂ ਪੰਜਾਬੀ 'ਚ ਬਣ ਗਿਆ ਦੋਜ਼ਕ, ਨਰਕ। ਆਪਾਂ ਕਹਿੰਦੇ ਨਰਕ, ਫਾਰਸੀ 'ਚ ਕਹਿੰਦੇ ਦੋਜ਼ਖ। ਜਿਵੇਂ ਆਪਾਂ ਕਹਿੰਦੇ ਹਾਂ ਸਵਰਗ,
ਫਾਰਸੀ ਵਾਲੇ ਕਹਿੰਦੇ ਬਹਿਸ਼ਤ, ਉਹ ਬਹਿਸ਼ਤ ਕਹਿੰਦੇ। ਇਸ ਤਰ੍ਹਾਂ ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਪੌੜੀ ਕੱਪੜ ਰੂਪ ਸੁਹਾਵਣਾ, ਇੱਥੇ ਕੱਪੜ ਤੋਂ ਭਾਵ ਸਰੀਰ। ਇਹ ਬੜਾ ਸੋਹਣਾ ਸਰੀਰ ਜਿਹੜਾ ਹੈ, ਛੱਡ ਦੁਨੀਆ ਅੰਦਰ ਜਾਵਣਾ, ਇੱਥੇ ਹੀ ਛੱਡ ਕੇ ਚਲੇ ਜਾਣਾ। ਇਹ ਨਾਲ ਨਹੀਂ ਅਸੀਂ ਲਿਜਾ ਸਕਦੇ ਸਰੀਰ ਨੂੰ, ਭਾਵੇਂ ਕਿੰਨੇ ਹੀ ਸੋਹਣਾ ਹੋਵੇ। ਸਰੀਰ ਕਿੰਨੇ ਰੂਪ ਕਿੰਨਾ ਹੀ ਹੈ, ਸਰੀਰ ਕਿੰਨੇ ਹੀ ਸੋਹਣੇ, ਛੱਡ ਡੱਡੇ ਨੂੰ ਸਰੀਰ ਛੱਡ ਕੇ ਦੁਨੀਆ ਅੰਦਰ, ਦੁਨੀਆ ਦੇ ਵਿੱਚ ਹੀ ਛੱਡ ਕੇ ਅਸੀਂ ਇੱਥੋਂ ਚਲੇ ਜਾਣਾ। ਇਸ ਲਈ ਜਿਹੜੀ ਚੀਜ਼ ਛੱਡ ਕੇ ਚਲੀ ਜਾਣੀ ਹੈ ਉਸ 'ਤੇ ਬਹੁਤਾ ਸਮਾਂ ਨਹੀਂ ਲਾਈਦਾ ਹੁੰਦਾ। ਜ਼ਿੰਦਗੀ ਦਾ ਬਹੁਤਾ ਸਮਾਂ ਉਸ ਚੀਜ਼ 'ਤੇ ਲਾਈਦਾ ਜਿਸ ਨੇ ਸਦਾ ਨਾਲ ਨਿਭਣਾ ਹੈ। ਸਦਾ ਨਾਲ ਜਾਣੇ ਇੱਕ ਸਾਡੇ ਕਰਮ, ਇੱਕ ਸਾਡਾ ਜਪਿਆ ਹੋਇਆ ਨਾਮ, ਇਹ ਨਾਲ ਜਾਣਾ। ਇਹ ਦੋ ਚੀਜ਼ਾਂ 'ਤੇ ਜ਼ੋਰ ਲਾਣਾ ਕਿ ਅਸੀਂ ਸ਼ੁਭ ਕਰਮ ਕਰੀਏ ਅਤੇ ਵੱਧ ਤੋਂ ਵੱਧ ਭਜਨ ਬੰਦਗੀ ਕਰੀਏ। ਇਹ ਦੋ ਚੀਜ਼ਾਂ ਨੇ ਨਾਲ ਜਾਣਾ। ਬਾਕੀ ਸਰੀਰ ਤੇ ਇੱਥੇ ਛੱਡ ਕੇ ਚਲੇ ਜਾਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨ। ਜੋ ਮੰਦੇ ਕੰਮ ਕੀਤੇ ਜਾਂ ਜੋ ਚੰਗੇ ਕੰਮ ਕੀਤੇ, ਇਹ ਆਪ ਹੀ ਇਹਨਾਂ ਦਾ ਫਲ ਭੋਗਣਾ। ਆਪੇ ਹੀ ਕੀਤਾ ਪਾਵਨ, ਇਹਨਾਂ ਦਾ ਫਲ ਆਪ ਹੀ ਭੋਗਣਾ। ਮੰਦੇ ਕਰਮ ਦਾ ਫਲ ਮੰਦਾ, ਚੰਗੇ ਕਰਮ ਦਾ ਫਲ ਚੰਗਾ। ਤਾਂ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਹਮੇਸ਼ਾ ਮੰਦਾ ਨਿਕਲਦਾ ਹੈ। ਮੰਦਾ ਚੰਗਾ ਆਪਣਾ, ਆਪਣਾ ਹੀ ਕੀਤਾ ਹੋਇਆ ਚੰਗਾ ਤੇ ਮਾੜਾ ਆਪੇ ਹੀ ਕੀਤਾ ਪਾਵਨ, ਆਪੇ ਹੀ ਇਹਦਾ ਫਲ ਭੋਗਣਾ। ਹੁਕਮ ਕੀਏ ਮਨ ਭਾਵਦੇ। ਕਈ ਵਾਰ ਰਾਜ ਮਿਲ ਜਾਂਦਾ, ਕੋਈ ਵੱਡੀ ਅਫਸਰੀ ਮਿਲ ਜਾਂਦੀ ਹੈ, ਦੂਜਿਆਂ ਦੇ ਬੰਦਾ ਹੁਕਮ ਚਲਾਉਂਦਾ ਹੈ। ਹੁਕਮ ਕੀਏ ਮਨ ਭਾਵਦੇ, ਜੋ ਮਨ ਨੂੰ ਚੰਗੇ ਲੱਗੇ ਉਹ ਹੁਕਮ ਕੀਤੇ, ਉਹ ਹੁਕਮ ਕੀਤੇ। ਦੂਜੇ ਨੂੰ ਭਾਵੇਂ ਉਹ ਚੰਗੇ ਲੱਗੇ ਨਾ ਲੱਗੇ, ਆਪ ਨੂੰ ਚੰਗੇ ਲੱਗੇ, ਬਸ ਮੰਨਣਾ ਤੁਸੀਂ। ਹੁਣ ਅਫਸਰ ਹੈ, ਮੰਨਣਾ ਪੈਣਾ। ਸਰਕਾਰ ਕਹਿੰਦੀ ਪੁਲਿਸ ਨੂੰ ਫਲਾਣੇ ਨੂੰ ਚੱਕ ਕੇ ਅੰਦਰ ਕਰ ਦਿਓ, ਹਾਲਾਂਕਿ ਪੁਲਿਸ ਨੂੰ ਪਤਾ ਵੀ ਇਸ ਬੰਦੇ ਦਾ ਕਸੂਰ ਨਹੀਂ ਹੈ, ਪਰ ਸਰਕਾਰ ਨੇ ਕਿਹਾ ਚੱਕ ਕੇ ਇਹਨੂੰ ਅੰਦਰ ਕਰ ਦਿਓ। ਬਸ ਉਹਨਾਂ ਨੂੰ ਚੱਕਣਾ ਤੇ ਫੜ ਕੇ ਅੰਦਰ ਕਰ ਦੇਣਾ, ਅੰਦਰ ਕਰ ਦੇਣਾ। ਹੁਕਮ ਹੋ ਗਿਆ ਨਾ, ਹੁਕਮ ਚੱਲਦਾ ਹੈ, ਹੁਕਮ ਚੱਲਦਾ ਹੈ। ਹੁਕਮ ਕੀਏ ਮਨ ਭਾਵਦੇ, ਜੋ ਮਨ ਨੂੰ ਚੰਗੇ ਲੱਗੇ ਉਹ ਹੁਕਮ ਕੀਤੇ। ਰਾਹ ਭੀੜ ਹੈ ਅੱਗੇ ਜਾਵਣਾ, ਤੇ ਅੱਗੇ ਜਿਸ ਰਸਤੇ 'ਤੇ ਜਾਣਾ ਉਹ ਬੜਾ ਤੰਗ ਹੈ। ਭੀੜਾ ਤੰਗ ਨੂੰ ਕਹਿੰਦੇ ਨੇ। ਇੱਕ ਹੁੰਦਾ ਤੰਗ, ਪਾਕਿਸਤਾਨ 'ਚ ਖੁੱਲ੍ਹੇ ਨੂੰ ਕਹਿੰਦੇ ਮੋਕਲਾ, ਇੱਧਰ ਕਹਿੰਦੇ ਸੀ ਖੁੱਲ੍ਹਾ। ਪਾਕਿਸਤਾਨ ਕੀ ਕਹਿੰਦੇ ਸੀ? ਮੋਕਲਾ। ਭੀੜਾ ਤੰਗ ਨੂੰ ਕਹਿੰਦੇ ਨੇ। ਜਿਸ ਰਾਹ 'ਤੇ ਜਾਣਾ ਨਾ ਫਿਰ ਧਰਮਰਾਜ ਕੋਲੇ, ਕਹਿੰਦੇ ਉਹ ਬੜਾ ਤੰਗ ਰਸਤਾ ਹੈ, ਉਸ 'ਤੇ ਤੁਰ ਕੇ ਜਾਣਾ ਫਿਰ ਬੜਾ ਔਖਾ ਹੈ। ਫਿਰ ਜਦੋਂ ਹਿਸਾਬ ਕਿਤਾਬ ਹੁੰਦਾ ਵੀ ਆਰਡਰ ਦਿੱਤੇ, ਕੋਈ ਰਾਜ ਸੀ ਨਾ ਵੀ ਇਹਨੂੰ ਵੀ ਫੜ ਕੇ ਅੰਦਰ ਕਰ ਦਿਓ, ਇਹ ਵੀ ਬੋਲਦਾ ਸਾਡੇ ਵਿਰੁੱਧ, ਇਹਨੂੰ ਵੀ ਫੜ ਕੇ ਅੰਦਰ ਕਰ ਦਿਓ, ਇਹ ਵੀ ਸਾਡੇ ਵਿਰੁੱਧ ਲਿਖਦਾ ਹੈ, ਇਹਨੂੰ ਵੀ ਫੜ ਕੇ ਅੰਦਰ ਕਰ ਦਿਓ, ਇਹ ਪੱਤਰਕਾਰ ਸਾਡੇ ਵਿਰੁੱਧ ਲਿਖਦਾ ਹੈ, ਇਹਨੂੰ ਵੀ ਫੜ ਕੇ ਅੰਦਰ ਕਰ ਦਿਓ। ਬੜੇ ਅੰਦਰ ਕੀਤੇ ਹੋਏ, ਬੜੇ ਬੜੇ ਕੀਤੇ ਹੋਏ ਨੇ, ਅਤੇ ਅਜੇ ਪਤਾ ਨਹੀਂ ਕਿੰਨੀ ਅਗਲੀ ਵਾਰੀ ਆਉਣੀ ਹੈ। ਪਰ ਜਦੋਂ ਇਹਨਾਂ ਲੋਕਾਂ ਨੇ ਜਿਹਨੇ ਮਨ ਮਰਜ਼ੀ ਦੇ ਹੁਕਮ ਕੀਤੇ, ਇਹ ਮਰਨ ਤੋਂ ਬਾਅਦ ਜੋ ਜਾਣਗੇ ਨਾ, ਫਿਰ ਗੁਰਬਾਣੀ ਕਹਿੰਦੇ ਨੰਗਾ ਦੋਜ਼ਕ ਚਾਲਿਆ, ਫਿਰ ਨੰਗ ਝੜੰਗਾ ਕਰ ਲੈਣਾ। ਇਹ ਨਹੀਂ ਵੀ ਸਰੀਰ ਢੱਕ ਲੈਣਾ ਇਹਨਾਂ ਦਾ, ਨੰਗਿਆਂ ਕਰਕੇ ਦੋਜ਼ਕ ਚਾਲਿਆ, ਨਰਕਾਂ ਨੂੰ ਲੈ ਜਾਣਾ। ਆ ਜਾਓ ਬਈ, ਦੱਸਦੇ ਹਾਂ ਤੁਸੀਂ ਕਿਵੇਂ ਤੁਸੀਂ ਹੁਕਮ ਚਲਾਏ ਆਪਣੇ, ਕਿਵੇਂ ਤੁਸੀਂ ਮਨ ਮਰਜ਼ੀਆਂ ਕੀਤੀਆਂ, ਕਿਵੇਂ ਤੁਸੀਂ ਲੋਕਾਂ 'ਤੇ ਅਨਿਆਂ ਕੀਤੇ ਹੈ, ਕਿਵੇਂ ਤੁਸੀਂ ਲੋਕਾਂ 'ਤੇ ਜ਼ੁਲਮ ਕੀਤੇ।
ਉੱਥੇ ਫਿਰ ਉਹਨਾਂ ਫੜ ਕੇ ਲੈ ਜਾ ਨਰਕਾਂ ਨੂੰ, ਚਲੋ ਜੀ ਨਰਕਾਂ ਨੂੰ। ਤਾਂ ਦਿਸੈ ਖਰਾ ਡਰਾਵਨਾ, ਫਿਰ ਬੜਾ ਡਰਦਾ, ਖਰਾ ਬਣੇ ਬਹੁਤ ਬੜਾ ਡਰਦਾ ਫਿਰ, ਕਿਉਂਕਿ ਨਰਕ ਦਿਸ ਰਿਹਾ ਨਾ, ਨਰਕ ਦਿਸ ਰਿਹਾ ਵੀ ਓਹੋ, ਫਿਰ ਡਰਦਾ। ਕਰ ਔਗਣ ਪਛੋਤਾਪ ਨਾ, ਪਹਿਲਾਂ ਔਗਣ ਕੀਤੇ, ਹੁਣ ਪਛਤਾਉਂਦਾ, ਹੁਣ ਪਛਤਾਉਂਦਾ ਵੀ ਜੇ ਮੈਂ ਨਾ ਕਰਦਾ ਉਹ ਤਾਂ ਹੁਣ ਹੋ ਗਏ। ਧਰਮ ਸਤ ਯੁਗਤ ਕਹਿ ਰਿਹਾ ਕਿ ਨਾ ਮਾੜੇ ਕੰਮ ਕਰੋ, ਇਹ ਨਹੀਂ ਬੰਦਾ ਹਟਦਾ। ਕੋਲ ਰਾਜ ਭਾਗ ਹੈ, ਕੋਲ ਵੱਡੀ ਅਫਸਰੀ ਹੈ, ਮਨ ਮਰਜ਼ੀਆਂ ਕਰਦੇ ਨੇ, ਆਪਣੀ ਮਨ ਮਰਜ਼ੀ ਕਰਦੇ ਨੇ। ਜਿਹੜਾ ਨਹੀਂ ਹੁਕਮ ਮੰਨਦਾ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਅਤੇ ਜਦੋਂ ਫਿਰ ਇਹਨਾਂ ਦੀ ਵਾਰੀ ਮਰਨ ਤੋਂ ਬਾਅਦ ਆਉਂਦੀ ਹੈ ਨਾ, ਫਿਰ ਪਛਤਾਉਂਦੇ ਨੇ, ਇਹਨਾਂ ਨੂੰ ਨਰਕਾਂ 'ਚ ਸੁੱਟਿਆ ਜਾਂਦਾ ਹੈ। ਫਿਰ ਪਛਤਾਉਂਦੇ, ਕਰ ਔਗਣ ਪਛੋਤਾਪ, ਫਿਰ ਔਗਣ ਕਰਕੇ ਪਛਤਾਉਂਦੇ ਨੇ ਵੀ ਓਹੋ ਅਸੀਂ ਮਾੜੇ ਕੰਮ ਕੀਤੇ ਤਾਂ ਇਹ ਸਾਨੂੰ ਸਜ਼ਾ ਮਿਲ ਰਹੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਭਾਈ ਮਿੱਠਾ ਬੋਲਣਾ ਇੱਕ, ਨਿਮਰਤਾ ਨਾਲ ਰਹਿਣਾ ਦੋ। ਜਦ ਅਸੀਂ ਨਿਮਰਤਾ ਨਾਲ ਰਹਾਂਗੇ ਨਾ, ਅਸੀਂ ਕਦੇ ਵੀ ਕਿਸੇ ਨੂੰ ਗਲਤ ਸਜ਼ਾ ਨਹੀਂ ਦੇਵਾਂਗੇ। ਮਾੜੇ ਬੰਦੇ ਨੂੰ ਸਜ਼ਾ ਦੇਣਾ ਸਰਕਾਰ ਦਾ ਫਰਜ਼ ਬਣਦਾ ਹੈ, ਪਰ ਚੰਗਿਆਂ ਨੂੰ ਤੰਗ ਕਰਨਾ ਇਹ ਬੜਾ ਵੱਡਾ ਪਾਪ ਹੈ। ਇਹ ਫਿਰ ਜੋ ਹਿਸਾਬ ਕਿਤਾਬ ਹੁੰਦੇ ਨੇ, ਫਿਰ ਬੰਦਾ ਪਛਤਾਉਂਦਾ ਕਿ ਮੈਂ ਐਵੇਂ ਹੀ ਇਹ ਕਰਦਾ ਰਿਹਾ, ਹੁਣ ਮੈਂ ਹੀ ਭੋਗਣਾ, ਫਿਰ ਭੋਗਣੇ ਪੈਂਦੇ ਹਨ। ਸੋ ਗੁਰੂ ਮਹਾਰਾਜ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਮੰਦਾ ਕਰ ਲਓ ਚੰਗਾ ਕਰ ਲਓ, ਭੋਗਣਾ ਤੇ ਤੁਸੀਂ ਹੀ ਹੈ। ਮੈਂ ਕਰਾਂਗਾ ਮੈਂ ਭੋਗਾਂਗਾ, ਤੁਸੀਂ ਕਰੋਗੇ ਤੁਸੀਂ ਭੋਗੋਗੇ, ਇਹ ਭੋਗਣਾ ਹੀ ਪੈਣਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।